ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, C-TET, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਬਲਰਾਜ ਸਾਹਨੀ ਦੇ ਬਾਰੇ, ਜੋ ਕਿ ਵਾਰਤਕ ਭਾਗ ਦਾ ਜਿਹੜਾ ਟੌਪਿਕ ਹੈ। ਸੋ ਥਿਊਰੀ ਵਾਲਾ ਪਾਰਟ ਆਪਾਂ ਡਿਸਕਸ ਕਰਾਂਗੇ, ਜੋ ਕਿ 1913 ਤੋਂ ਲੈ ਕੇ 1973 ਤੱਕ ਰਹੇ ਸੀ, ਜੋ ਤੁਹਾਨੂੰ ਮਾਸਟਰ ਕੇਡਰ ਅਤੇ NT-NET ਐਗਜ਼ਾਮ ਜੋ ਕਿ ਪੰਜਾਬੀ ਦਾ ਹੈ, ਸੋ ਉਸ ਲਈ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਬਲਰਾਜ ਸਾਹਨੀ ਕਾਫੀ ਫੇਮਸ ਜਿਹੜੀ ਪਰਸਨੈਲਿਟੀ ਰਹੀ ਹੈ ਆਪਣੇ ਸਮੇਂ ਦੇ ਵਿੱਚ, ਲੇਖਕ ਦੇ ਪੱਖੋਂ ਵੀ ਅਤੇ ਕਲਾਕਾਰ ਦੇ ਪੱਖੋਂ ਵੀ। ਸੋ ਬਲਰਾਜ ਸਾਹਨੀ ਦਾ ਜਿਹੜਾ ਜਨਮ ਹੈ, ਸੋ ਇਸ ਜਨਮ ਹੁੰਦਾ ਹੈ 1 ਮਈ 1913 ਨੂੰ ਅਤੇ ਸਥਾਨ ਹੁੰਦਾ ਹੈ ਬਰਤਾਨਵੀ ਪੰਜਾਬ ਦੇ ਰਾਵਲਪਿੰਡੀ ਦੇ ਵਿੱਚ, ਯਾਨੀ ਕਿ ਜੋ ਪੁਰਾਣਾ ਪੰਜਾਬ ਹੈ ਉਸ ਦੇ ਰਾਵਲਪਿੰਡੀ ਦੇ ਵਿੱਚ ਜਨਮ ਹੁੰਦਾ ਹੈ 1 ਮਈ 1913 ਨੂੰ। ਸੋ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਜਿਹੜਾ ਉਹ ਲਾਲਾ ਹਰਬੰਸ ਲਾਲ ਸਾਹਨੀ ਸੀਗਾ। ਉਹਨਾਂ ਦੇ ਨਾਮ ਨਾਲ ਹੀ ਜਿਹੜਾ ਕਹਿੰਦੇ ਬਲਰਾਜ ਦੇ ਨਾਮ ਨਾਲ ਵੀ ਜਿਹੜਾ ਸਾਹਨੀ ਸ਼ਬਦ ਉਹ ਵਰਤਿਆ ਗਿਆ ਸੀਗਾ। ਬਲਰਾਜ ਸਾਹਨੀ ਦਾ ਜਨਮ ਜਿਹੜਾ ਹੈ ਉਹ 5 ਭੈਣਾਂ ਦੇ ਮਗਰੋਂ ਹੋਇਆ ਸੀ, ਯਾਨੀ ਕਿ ਇਸ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ 5 ਭੈਣਾਂ ਸੀ, ਤੋਂ ਛੇਵੇਂ ਜਿਹੜੇ ਕਹਿ ਸਕਦੇ ਹੈਗੇ ਅੱਗੇ। ਸੋ ਇਹਨਾਂ ਦੇ ਛੇਵਾਂ ਜਿਹੜਾ ਕਹਿ ਸਕਦਾ ਇਹਨਾਂ ਦਾ ਜਨਮ ਹੋਇਆ ਸੀਗਾ। ਸੋ 6 ਜਣੇ ਸੀਗੇ। ਇਸ ਤੋਂ ਇਲਾਵਾ ਇਸ ਤੋਂ ਆਪਣੇ ਛੋਟੇ ਭਰਾ ਭੀਸ਼ਮ ਸਾਹਨੀ ਸਮੇਤ ਇਹ ਆਪ 7 ਭੈਣ ਭਰਾ ਸੀਗੇ, ਯਾਨੀ ਕਿ ਟੋਟਲ ਅਗਰ ਗੱਲ ਕਰੀਏ ਸੋ ਇਹਨਾਂ ਦਾ ਜਿਹੜਾ ਜਨਮ ਹੁੰਦਾ ਹੈ ਉਹ 5 ਭੈਣਾਂ ਦੇ ਮਗਰੋਂ ਹੁੰਦਾ ਹੈਗਾ। 6ਵੇਂ ਹੁੰਦੇ ਨੇ। ਇਸ ਤੋਂ ਬਾਅਦ ਇੱਕ ਛੋਟਾ ਬ੍ਰਦਰ ਵੀ ਜਿਹੜਾ ਹੈ ਉਹ ਜਨਮ ਲੈਂਦਾ ਹੈ, ਜਿਹਦੇ ਕਾਰਨ ਕਰਕੇ ਟੋਟਲ ਜਿਹੜੀ ਸੰਖਿਆ ਹੈ ਇਹਨਾਂ ਦੀ ਉਹ 7 ਜਣੇ ਕਹਿ ਸਕਦੇ ਹਾਂ ਕਿ 7 ਭੈਣ ਭਰਾ ਇਹ ਸੀਗੇ। ਓਕੇ, ਸੋ ਨੈਕਸਟ ਹੈਗਾ ਬਲਰਾਜ ਸਾਹਨੀ ਦਾ ਪਹਿਲਾ ਨਾਮ। ਸੋ ਅਗਰ ਇਸ ਨੂੰ ਗੱਲ ਕਰੀਏ ਕਿ ਸ਼ੁਰੂਆਤ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਉਹ ਯੁਧਿਸ਼ਟਰ ਸੀਗਾ। ਸੋ ਇਸ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਸੀ, ਬਟ ਬਾਅਦ ਦੇ ਵਿੱਚ ਨਾਮ ਚੇਂਜ ਕਰਕੇ ਬਲਰਾਜ ਸਾਹਨੀ ਜਿਹੜਾ ਇਹਨਾਂ ਦਾ ਰੱਖਿਆ ਗਿਆ ਸੀਗਾ। ਅਗਰ ਪੜ੍ਹਾਈ ਦੀ ਗੱਲ ਕਰੀਏ ਤਾਂ ਬਲਰਾਜ ਸਾਹਨੀ ਨੇ ਪੜ੍ਹਾਈ ਦੀ ਸ਼ੁਰੂਆਤ ਜਿਹੜੀ ਹੈ ਉਹ ਸੰਸਕ੍ਰਿਤ ਦੀ ਸਿੱਖਿਆ ਲਈ ਸ਼ੁਰੂਆਤ ਕੀਤੀ ਸੀ। ਸੰਸਕ੍ਰਿਤ ਦੀ ਸਿੱਖਿਆ ਜਿਹੜੀ ਹੈ ਉਹਨਾਂ ਨੇ ਗੁਰੂਕੁਲ ਸਿੱਖਿਆ ਸੰਸਥਾਨ ਵਿਖੇ ਜਿਹੜੀ ਆ ਉਹ ਹਾਸਲ ਕੀਤੀ ਸੀ। ਸੋ ਇੱਥੋਂ ਇਹਨਾਂ ਨੇ ਜਿਹੜਾ ਹੈ ਨਾ ਸੰਸਕ੍ਰਿਤ ਦੀ ਭਾਸ਼ਾ ਦਾ ਜਿਹੜਾ ਗਿਆਨ ਹੈ ਉਹ ਲਿਆ ਸੀਗਾ। ਅਤੇ ਅਗਲੀ ਪੜ੍ਹਾਈ ਸੀ ਜਿਹੜੀ ਇਹਨਾਂ ਦੀ ਉਹ DAV ਸਕੂਲ ਰਾਵਲਪਿੰਡੀ ਦੇ ਵਿੱਚੋਂ, ਅਤੇ ਇਸ ਤੋਂ ਬਾਅਦ ਗੌਰਮੈਂਟ ਕਾਲਜ ਲਾਹੌਰ ਤੋਂ ਆਰਟਸ ਦੇ ਵਿਸ਼ੇ ਦੇ ਨਾਲ ਪਹਿਲਾਂ ਜਿਹੜੀ ਹੈ ਉਹ BA, ਫਿਰ ਮਗਰੋਂ 1934 ਦੇ ਵਿੱਚ ਇਹਨਾਂ ਨੇ MA ਅੰਗਰੇਜ਼ੀ ਦੀ ਜਿਹੜੀ ਆ ਉਹ ਕੀਤੀ ਸੀਗੀ, ਅੰਗਰੇਜ਼ੀ ਸਾਹਿਤ ਦੀ ਕੀਤੀ ਸੀਗੀ। ਠੀਕ ਹੈ, ਸੋ ਇਹ ਸਾਰੇ ਜਿਹੜੇ ਕੋਰਸ ਉਹ ਇਹਨਾਂ ਦੇ ਦੁਬਾਰਾ ਕੀਤੇ ਜਾਂਦੇ ਹੈਗੇ ਨੇ। ਸੰਸਕ੍ਰਿਤ ਦੀ ਸਿੱਖਿਆ DAV ਸਕੂਲ ਦੇ ਵਿੱਚੋਂ ਅਗਲੀ ਪੜ੍ਹਾਈ ਅਤੇ ਗੌਰਮੈਂਟ ਕਾਲਜ ਲਾਹੌਰ ਤੋਂ ਆਰਟਸ ਦੇ ਵਿਸ਼ੇ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਆ BA, ਫਿਰ ਮਗਰੋਂ 1934 ਦੇ ਵਿੱਚ MA ਇੰਗਲਿਸ਼ ਦੀ ਜਿਹੜੀ ਇਹਨਾਂ ਦੀ ਸਾਹਿਤ ਦੇ ਪੱਖ ਦੇ ਵਿੱਚ ਕੀਤੀ ਜਾਂਦੀ ਹੈਗੀ। ਸੋ ਇਹਨਾਂ ਦੇ ਦੁਆਰਾ ਕਾਫੀ ਸਾਰੇ ਜਿਹੜੇ ਮੈਗਜ਼ੀਨ ਹੈ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਸੀ, ਔਰ ਕਾਫੀ ਸਾਰੇ ਮੈਗਜ਼ੀਨਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਵੀ ਲੱਗਦੀਆਂ ਹੁੰਦੀਆਂ ਸੀ। ਸੋ ਅੰਗਰੇਜ਼ੀ ਕਵਿਤਾਵਾਂ ਕਾਲਜ ਦੇ ਮੈਗਜ਼ੀਨ ਰਾਵੀ ਦੇ ਵਿੱਚ ਇਹਨਾਂ ਦੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਸੋ ਉਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਹੁੰਦੀਆਂ ਸੀ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਸੀ, ਅਤੇ ਸਾਰੀਆਂ ਹੀ ਜਿਹੜੀਆਂ ਉਹ ਅੰਗਰੇਜ਼ੀ ਦੀ ਕਵਿਤਾਵਾਂ ਹੁੰਦੀਆਂ ਸੀ, ਅਤੇ ਰਾਵੀ ਨਾਮ ਸੀਗਾ ਮੈਗਜ਼ੀਨ ਦਾ। ਔਰ ਸਕੂਲ ਦੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਕਹਿ ਸਕਦੇ ਹਨ ਨਾ ਰਚਨਾਵਾਂ ਲਿਖੀਆਂ ਸੀਗੀਆਂ। ਸੋ ਇਹਨਾਂ ਰਚਨਾਵਾਂ ਸਮੇਂ ਯਾਨੀ ਕਿ ਸਕੂਲ ਦੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਸਾਹਿਤਕ ਮੈਗਜ਼ੀਨ ਜਿਹੜਾ ਹਕੀਕਤ ਸੀਗਾ ਜਿਹੜਾ ਉਸ ਨੂੰ ਕੱਢਿਆ ਗਿਆ ਸੀ, ਜਾਂ ਉਸ ਨੂੰ ਜਿਹੜਾ ਇਹਨਾਂ ਨੇ ਪ੍ਰਕਾਸ਼ਿਤ ਕੀਤਾ ਸੀ ਸਕੂਲ ਦੇ ਦਿਨਾਂ ਦੇ ਵਿੱਚ। ਓਕੇ, ਨੈਕਸਟ ਹੈ ਬਲਰਾਜ ਸਾਹਨੀ ਨੇ ਦਵਿੰਦਰ ਸਥਿਆਰਥੀ ਦੇ ਨਾਲ ਮਿਲ ਕੇ ਕੰਗਪੋਸ਼ ਨਾਮ ਦਾ ਇੱਕ ਪਰਚਾ ਜਿਹੜਾ ਕੱਢਣ ਦੀ ਯੋਜਨਾ ਬਣਾਈ ਸੀ, ਪਰ ਇਹ ਸਫਲ ਨਹੀਂ ਹੋ ਪਾਈ ਸੀ, ਜਿਸ ਕਾਰਨ ਕਰਕੇ ਕੰਗਪੋਸ਼ ਜਿਹੜਾ ਪਰਚਾ ਸੀ ਉਸ ਨੂੰ ਇਹ ਪ੍ਰਕਾਸ਼ਿਤ ਨਹੀਂ ਕਰ ਪਾਏ ਸੀਗੇ। ਠੀਕ ਹੈ, ਹੈਲਪ ਲਈ ਸੀ ਕਿ ਦਵਿੰਦਰ ਸਥਿਆਰਥੀ ਦੀ, ਸੋ ਉਹਦੇ ਨਾਲ ਮਿਲ ਕੇ ਕੱਢਣਾ ਸੀਗਾ। ਇਸ ਤੋਂ ਇਲਾਵਾ ਮੰਡੇ ਮਾਰਨਿੰਗ ਨਾਂ ਦਾ ਇੱਕ ਸਪਤਾਹਿਕ ਅਖਬਾਰ ਸੀ, ਉਹਨਾਂ ਦੇ ਵਿੱਚ ਇਹਨਾਂ ਦੀ ਪਤਨੀ ਦਮਯੰਤੀ ਦੇ ਨਾਲ ਜਿਹੜੀ ਹੈ ਨਾ ਮਿਲ ਕੇ ਇਹਨਾਂ ਨੂੰ ਪ੍ਰਕਾਸ਼ਿਤ ਕੀਤਾ ਸੀ। ਮੰਡੇ ਮਾਰਨਿੰਗ ਨਾਮ ਦਾ ਸਪਤਾਹਿਕ ਅਖਬਾਰ ਆਪਣੀ ਪਤਨੀ ਦਮਯੰਤੀ ਦੇ ਨਾਲ ਮਿਲ ਕੇ ਇਹਨਾਂ ਨੇ ਉਸ ਨੂੰ ਕੱਢਿਆ ਸੀਗਾ।
ਅੱਗੇ ਆਉਂਦੀ ਹੈ ਗੱਲ ਇਹਨਾਂ ਦੇ ਵਿਆਹ ਦੀ। ਤਾਂ ਬਲਰਾਜ ਸਾਹਨੀ ਦਾ ਜਿਹੜਾ ਵਿਆਹ ਹੈ ਸੋ ਇਹ ਵਿਆਹ ਪਹਿਲਾਂ ਹੁੰਦਾ ਹੈ 1936 ਦੇ ਵਿੱਚ। ਸੋ ਇਹਨਾਂ ਦੀ ਪਹਿਲੀ ਪਤਨੀ ਦਾ ਨਾਮ ਦਮਯੰਤੀ, ਜਿਹਨੂੰ ਦਮੂ ਕਿਹਾ ਜਾਂਦਾ ਸੀਗਾ। ਸੋ ਇਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਇਹਨਾਂ ਦੇ ਘਰ 2 ਬੱਚੇ ਜਿਹੜੇ ਜਨਮ ਲੈਂਦੇ ਨੇ, ਇੱਕ ਪ੍ਰਕਸ਼ਿਤ ਸ਼ਾਹਨੀ ਅਤੇ ਦੂਸਰੀ ਟੀ ਸ਼ਬਨਮ। ਸੋ ਇੱਕ ਲੜਕੀ ਅਤੇ ਇੱਕ ਲੜਕਾ ਜਿਹੜਾ ਹੈ ਨਾ ਇਹਨਾਂ ਦੇ ਘਰ ਪੈਦਾ ਹੁੰਦੇ ਨੇ ਪਹਿਲੀ ਪਤਨੀ ਦੇ ਪੱਖੋਂ, ਜਿਸਦਾ ਨਾਮ ਦਮਯੰਤੀ ਸੀਗਾ, ਔਰ 2 ਬੱਚੇ ਸੀ, ਪ੍ਰਕਸ਼ਿਤ ਸ਼ਾਹਨੀ ਅਤੇ ਟੀ ਸ਼ਬਨਮ। ਇਸ ਤੋਂ ਬਾਅਦ ਇਹਨਾਂ ਦੀ ਪਤਨੀ ਦੀ 1947 ਦੇ ਵਿੱਚ, ਜੋ ਕਿ ਪਹਿਲੀ ਪਤਨੀ ਸੀ, ਉਸ ਦੀ ਡੈਥ ਹੋ ਜਾਂਦੀ ਹੈਗੀ। ਸੋ ਇਸ ਤੋਂ ਡੈਥ ਤੋਂ ਬਾਅਦ ਇਹ ਦੂਸਰਾ ਵਿਆਹ ਕਰਵਾਉਂਦੇ ਹੈਗੇ ਨੇ। ਸੋ ਦੂਸਰਾ ਵਿਆਹ ਜਿਹੜਾ ਹੈ ਉਹ 1949 ਦੇ ਵਿੱਚ ਹੁੰਦਾ ਹੈ ਸੰਤੋਸ਼ ਸੋਧਕ ਨਾਲ, ਜਿਹੜਾ ਇਹਨਾਂ ਦਾ ਦੂਜਾ ਵਿਆਹ ਹੁੰਦਾ ਹੈਗਾ ਗਾ। ਠੀਕ ਹੈ, ਸੋ ਇਹ ਧਿਆਨ ਰੱਖਣਾ ਕਿ 2 ਵਿਆਹ ਹੋਏ ਸੀ, ਪਹਿਲਾ 1936 ਦੇ ਵਿੱਚ, ਦੂਸਰਾ 1949 ਦੇ ਵਿੱਚ। ਪਹਿਲੀ ਪਤਨੀ ਦਾ ਨਾਮ ਦਮਯੰਤੀ ਸੀ, ਜਿਹੜੇ ਕਹਿ ਸਕਦੇ ਕੁੱਖੋਂ 2 ਬੱਚੇ ਹੋਏ ਸੀਗੇ, ਔਰ ਇਹਨਾਂ ਦੀ ਮੌਤ 1947 ਦੇ ਵਿੱਚ ਹੁੰਦੀ ਹੈ। ਔਰ ਇਸ ਤੋਂ ਬਾਅਦ ਜਿਹੜਾ ਕਹਿ ਸਕਦੇ ਆ ਦੂਜਾ ਵਿਆਹ 1949 ਦੇ ਵਿੱਚ ਸੰਤੋਸ਼ ਚੌਧਕ ਦੇ ਨਾਲ ਜਿਹੜਾ ਇਹਨਾਂ ਦਾ ਵਿਆਹ ਹੁੰਦਾ ਹੈ। ਓਕੇ, ਸੋ ਨੈਕਸਟ ਹੈ ਇੱਕ ਅਦਾਕਾਰ ਦੇ ਰੂਪ ਦੇ ਵਿੱਚ। ਸੋ ਕਾਫੀ ਪ੍ਰਸਿੱਧੀ ਇਹਨਾਂ ਨੂੰ ਸਿਰਫ ਅਦਾਕਾਰ ਦੇ ਰੂਪ ਦੇ ਵਿੱਚ ਹੀ ਮਿਲੀ ਹੋਈ ਹੈ। ਸੋ ਬਲਰਾਜ ਸਾਹਨੀ ਮੁੱਖ ਤੌਰ ਦੇ ਉੱਪਰ ਇੱਕ ਅਦਾਕਾਰ ਜਾਂ ਇੱਕ ਕਲਾਕਾਰ ਸੀਗੇ। ਠੀਕ ਹੈ, ਔਰ ਜ਼ਿਆਦਾਤਰ ਇਹਨਾਂ ਦਾ ਜਿਹੜਾ ਕਹਿ ਸਕਦੇ ਹਾਂ ਮੋਹ ਪਿਆਰ ਸੀ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਹੀ ਸੀਗਾ। ਸੋ ਇਸ ਆਧਾਰ ਦੇ ਉੱਪਰ ਹੀ ਕਾਫੀ ਸਾਰੀਆਂ ਜਿਹੜੀਆਂ ਇਹਨਾਂ ਨੇ ਹੈ ਨਾ ਫਿਲਮਾਂ ਵੀ ਕੀਤੀਆਂ, ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਵੀ ਲਿਖੀਆਂ। ਇਸ ਤੋਂ ਇਲਾਵਾ ਧਰਤੀ ਕੇ ਲਾਲ 1946 ਦੇ ਵਿੱਚ ਨਾਮਕ ਫਿਲਮ ਤੋਂ ਇਹਨਾਂ ਨੇ ਅਦਾਕਾਰੀ ਦੀ ਜਿਹੜੀ ਸ਼ੁਰੂਆਤ ਕੀਤੀ ਸੀ, ਯਾਨੀ ਕਿ 1946 ਦੇ ਵਿੱਚ ਧਰਤੀ ਕੇ ਲਾਲ ਜਿਹੜੀ ਹੈ ਇਹਨਾਂ ਦੀ ਫਿਲਮ ਦੀ ਸ਼ੁਰੂਆਤ ਹੋਈ ਸੀ। ਉੱਥੋਂ ਇਹਨਾਂ ਨੇ ਜਿਹੜੀ ਐਕਟਿੰਗ ਜਿਹੜੀ ਹੈ, ਅਦਾਕਾਰੀ ਜਿਹੜੀ ਹੈ ਉਹਦੀ ਸ਼ੁਰੂਆਤ ਕਰ ਲਈ ਸੀਗੀ, ਅਤੇ ਜਿਸ ਦੇ ਡਾਇਰੈਕਟਰ ਜਿਹੜੇ ਕਹਿ ਸਕਦੇ ਆ ਕੇ ਆਬਾਸ ਜਿਹੜੇ ਉਹ ਰਹੇ ਸੀਗੇ, ਜਿਨ੍ਹਾਂ ਨੇ ਧਰਤੀ ਕੇ ਲਾਲ ਮੂਵੀ ਜਿਹੜੀ ਉਹ ਬਣਾਈ ਸੀਗੀ। ਇਸ ਤੋਂ ਬਾਅਦ ਇਹਨਾਂ ਨੇ ਇਨਸਾਫ ਤੇ ਦੂਰ ਚਲੇ ਫਿਲਮ ਬਣਾਈ ਸੀਗੀ, ਇਨਸਾਫ ਸੀਗੀ ਅਤੇ ਦੂਰ ਚਲੇ, ਔਰ ਦੂਰ ਚਲੇ ਜਿਹੜੀ ਸੀ ਉਹ 1946 ਦੇ ਵਿੱਚ ਹੋਈ ਸੀਗੀ। ਬਟ ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਅਦਾਕਾਰ ਦੇ ਰੂਪ ਦੇ ਵਿੱਚ ਪ੍ਰਸਿੱਧੀ ਹੋਈ ਹੈ, ਜਿੱਥੋਂ ਇਹਨਾਂ ਨੂੰ ਹੈ ਨਾ ਪਹਿਚਾਣ ਮਿਲੀ ਹੈ ਕਿ ਇਹ ਕਲਾਕਾਰ ਨੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਹੋਏ ਨੇ, ਤਾਂ ਉਹ ਇਹਨਾਂ ਨੇ 1953 ਦੇ ਵਿੱਚ ਇੱਕ ਮੂਵੀ ਕੱਢੀ ਸੀ ਜਿਸ ਦਾ ਨਾਮ 2 ਬਿੱਘਾ ਜ਼ਮੀਨ ਸੀਗੀ। ਸੋ ਇਸ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰਸਿੱਧੀ ਮਿਲੀ, ਜਿਸ ਦੇ ਕਾਰਨ ਇਹਨਾਂ ਦਾ ਹੈ ਨਾ ਨਾਮ ਵਿਸ਼ੇਸ਼ ਚਰਚਾਯੋਗ ਹੋ ਗਿਆ। ਸੋ ਜਿਹਦੇ ਕਾਰਨ ਕਰਕੇ ਇਹ ਇੱਕ ਐਕਚੁਅਲ ਦੇ ਵਿੱਚ ਜਿਵੇਂ ਕਹਿ ਸਕਦੇ ਹਾਂ ਨਾ ਕਲਾਕਾਰ ਵਾਲੇ ਜਿਹੜੇ ਘੋਸ਼ਿਤ ਕਰ ਦਿੱਤੇ ਗਏ ਸੀਗੇ। ਇਸ ਤੋਂ ਇਲਾਵਾ 2 ਉੱਘੀਆਂ ਫਿਲਮਾਂ ਇਹਨਾਂ ਨੇ ਪੰਜਾਬੀ ਦੇ ਵਿੱਚ ਨੇ, ਜਿਵੇਂ ਨਾਨਕ ਦੁਖੀਆ ਸਭ ਸੰਸਾਰ, ਇਹ 1970 ਦੇ ਵਿੱਚ ਸੀਗੀ। ਸਤਲੁਜ ਦੇ ਕੰਢੇ, ਇਹ 1964 ਦੇ ਵਿੱਚ ਇਹਨਾਂ ਨੇ ਜਿਹੜਾ ਕਹਿ ਸਕਦੇ ਹਨ ਕੱਢੀ ਸੀਗੀ, ਯਾਨੀ ਕਿ ਇਹਦੇ ਵਿੱਚ 2 ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਪੰਜਾਬੀ ਦੇ ਵਿੱਚ। ਸੋ ਇਹ ਵੀ ਕਾਫੀ ਫੇਮਸ ਜਿਹੜੀਆਂ ਜੇ ਕਹਿ ਸਕਦੇ ਮੂਵੀਜ਼ ਸੀਗੀਆਂ। ਇਸ ਤੋਂ ਇਲਾਵਾ ਇਹਨਾਂ ਨੇ ਗਰਮ ਹਵਾ, ਜੋ ਕਿ 1973 ਦੇ ਵਿੱਚ ਸੀਗੀ, ਇਹਨਾਂ ਦੇ ਵਿੱਚ ਇਹਨਾਂ ਨੇ ਬਹੁਤ ਉੱਚ ਪੱਧਰ ਦਾ ਜਿਹੜਾ ਕਹਿ ਸਕਦੇ ਹੈ ਨਾ ਕੰਮ ਕੀਤਾ ਸੀ ਇਸ ਫਿਲਮ ਦੇ ਵਿੱਚ। ਪਰ ਇਹ ਇਸ ਫਿਲਮ ਨੂੰ ਜਿਹੜਾ ਹੈ ਨਾ ਖੁਦ ਨਹੀਂ ਦੇਖ ਸਕੇ ਸੀਗੇ, ਕਿਉਂਕਿ ਇਸ ਫਿਲਮ ਦੀ ਡਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਦੇ ਕਾਰਨ ਇਹ ਖੁਦ ਆਪਣੀ ਹੀ ਮੂਵੀ ਨੂੰ ਗਰਮ ਹਵਾ, ਜੋ ਕਿ 1973 ਦੇ ਵਿੱਚ ਰਿਲੀਜ਼ ਹੋਈ ਸੀਗੀ, ਉਸ ਨੂੰ ਦੇਖ ਨਹੀਂ ਪਾਏ ਸੀਗੇ। ਓਕੇ, ਅਦਾਕਾਰੀ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਕਾਫੀ ਸਾਰੇ ਕੰਮ ਕੀਤੇ ਹੈਗੇ ਨੇ, ਜਿਵੇਂ ਕਿ ਨਿਬੰਧ ਲਿਖਣਾ, ਸੰਸਮਰਨ ਹੋ ਗਿਆ, ਸਫ਼ਰਨਾਮਾ, ਡਾਇਰੀ, ਨਾਟਕ ਅਤੇ ਕਾਵਿ, ਇਹਨਾਂ ਦੇ ਵਿੱਚ ਵੀ ਉਹਨੇ ਆਪਣਾ ਹੱਥ ਜਮਾਇਆ ਹੋਇਆ ਹੈ। ਸੋ ਅਦਾਕਾਰੀ ਤਾਂ ਠੀਕ, ਕਲਾਕਾਰ ਤਾਂ ਸੀ ਹੀ, ਨਾਲ ਜਿਹੜੀਆਂ ਰਚਨਾਵਾਂ ਵੀ ਜਿਹੜੀਆਂ ਉਹ ਲਿਖਦੇ ਸੀ, ਜਿਹਦੇ ਕਾਰਨ ਕਰਕੇ ਕਾਫੀ ਪ੍ਰਸਿੱਧੀ ਇਹਨਾਂ ਨੂੰ ਮਿਲੀ ਹੋਈ ਸੀਗੀ। ਓਕੇ, ਇਸ ਤੋਂ ਇਲਾਵਾ ਖਵਾਜਾ ਅਹਿਮਦ ਅਬਾਸ ਅਤੇ ਬਲਵੰਤ ਗਾਰਗੀ ਵਰਗੇ ਪ੍ਰਸਿੱਧ ਲੇਖਕਾਂ ਅਤੇ ਰਾਗਮ ਕਰਮੀਆਂ ਨਾਲ ਮਿਲ ਕੇ ਇਹਨਾਂ ਨੇ ਇਪਟਾ, ਜੋ ਕਿ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੀ ਪੱਕੇ ਪੈਰੀ ਜਿਹੜਾ ਹੈ ਨਾ ਖੜੇ ਕੀਤਾ, ਯਾਨੀ ਕਿ ਇਪਟਾ ਜਿਹੜਾ ਥੀਏਟਰ ਹੈ ਉਸ ਦੀ ਸਥਾਪਨਾ ਕੀਤੀ ਇਹਨਾਂ ਨੇ ਖਵਾਜਾ ਅਹਿਮਦ ਅਬਾਸ ਅਤੇ ਬਲਵੰਤ ਗਾਰਗੀ ਦੇ ਨਾਲ ਮਿਲ ਕੇ। ਬਲਰਾਜ ਸਾਹਨੀ ਦੀਆਂ ਕਈ ਕਲਮਾਂ ਜਿਹੜੀਆਂ ਉਹ ਪ੍ਰਗਤੀਵਾਦ ਧਾਰਨਾ ਦੇ ਉੱਪਰ ਜਿਹੜੀਆਂ ਕਹਿ ਸਕਦੇ ਹੈਗੀਆਂ ਨੇ, ਯਾਨੀ ਕਿ ਇਹਨਾਂ ਦੀ ਜਿਹੜੀ ਪ੍ਰਗਤੀ ਰਹੀ ਹੈਗੀ ਲਿਖਣ ਦੀ, ਉਹ ਪ੍ਰਗਤੀਵਾਦੀ ਧਾਰਨਾ ਰਹੀ ਹੈ। ਠੀਕ ਹੈ, ਯਾਨੀ ਕਿ ਲਿਖਣ ਦਾ ਜੋ ਕੰਮ ਸੀ ਇਹਨਾਂ ਦਾ ਪ੍ਰਗਤੀਵਾਦੀ ਦੇ ਵਿੱਚ ਉਹਨਾਂ ਨੇ ਜ਼ਿਆਦਾਤਰ ਗਰੀਬਾਂ, ਅਨਹੋਇਆਂ ਅਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਆ ਉਸ ਨੂੰ ਉਠਾਇਆ ਕਿ ਗਰੀਬਾਂ ਦੇ ਨਾਲ ਕਿਵੇਂ ਸ਼ੋਸ਼ਣ ਹੋ ਰਿਹਾ ਹੈ। ਠੀਕ ਆ, ਅਤੇ ਉਹਨਾਂ ਦੇ ਨਾਲ ਜਿਹੜੇ ਕੁਛ ਵਾਪਰ ਰਿਹਾ ਹੈ ਉਹਨਾਂ ਨੂੰ ਇਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਕਾਰਨ ਕਰਕੇ ਅਸੀਂ ਇਹਨੂੰ ਇੱਕ ਪ੍ਰਗਤੀਵਾਦੀ ਜਿਹੜੇ ਕਹਿ ਸਕਦੇ ਧਾਰਨਾ ਦੇ ਲੇਖਕ ਕਹਿ ਦਿੰਦੇ ਹੈਗੇ ਹਾਂ ਜੀ। ਓਕੇ, 1938 ਦੇ ਵਿੱਚ ਇਹਨਾਂ ਨੇ 1 ਸਾਲ ਮਹਾਤਮਾ ਗਾਂਧੀ ਦੇ ਨਾਲ ਵੀ ਜਿਹੜਾ ਕੰਮ ਕੀਤਾ ਸੀ, ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਦੇ ਨਾਲ ਇਹ ਇੰਗਲੈਂਡ ਦੇ ਵਿੱਚ ਚਲੇ ਗਏ ਸੀ, ਜਿੱਥੇ ਇਹਨਾਂ ਨੇ BBC ਲੰਡਨ ਦੀ ਹਿੰਦੀ ਸੇਵਾ ਦੇ ਵਿੱਚ ਰੇਡੀਓ ਅਨਾਊਂਸਰ ਰਹੇ ਸੀਗੇ, BBC ਲੰਡਨ ਦੇ ਵਿੱਚ। ਠੀਕ ਹੈ, ਸੋ ਉਸ ਸਥਾਨ ਵਿਖੇ ਹਿੰਦੀ ਸੇਵਾ ਦੇ ਵਿੱਚ ਰੇਡੀਓ ਅਨਾਊਂਸਰ ਦੇ ਰੂਪ ਵਿੱਚ ਕੰਮ ਕੀਤਾ ਸੀਗਾ ਇਹ, ਤੇ ਇਹ ਮਹਾਤਮਾ ਗਾਂਧੀ ਦੇ ਕਹਿਣ ਦੇ ਉੱਪਰ ਚਲੇ ਗਏ ਸੀਗੇ। ਔਰ 1943 ਦੇ ਵਿੱਚ ਇਹ ਭਾਰਤ ਵਾਪਸ ਆ ਗਏ ਸੀਗੇ। 1938 ਦੇ ਵਿੱਚ ਗਏ ਸੀਗੇ ਅਤੇ 1943 ਦੇ ਵਿੱਚ ਵਾਪਸ ਆ ਗਏ ਸੀਗੇ।
ਬਲਰਾਜ ਸਾਹਨੀ ਨੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ਦੇ ਉੱਪਰ ਵੀ ਜਿਹੜਾ ਹੈ ਕੰਮ ਕੀਤਾ ਸੀਗਾ ਔਰ ਖਾਸ ਤੌਰ ਦੇ ਉੱਪਰ ਇਹਨਾਂ ਨੇ ਸ਼ਾਂਤੀ ਨਿਕੇਤਨ ਦੇ ਵਿੱਚ ਆਪਣਾ ਕਾਫੀ ਸਮਾਂ ਜਿਹੜਾ ਹੈ ਨਾ ਅਧਿਆਪਨ ਦੇ ਰੂਪ ਦੇ ਵਿੱਚ ਨਿਭਾਇਆ ਸੀਗਾ। ਅੰਗਰੇਜ਼ੀ ਅਤੇ ਹਿੰਦੀ ਨੂੰ ਟੀਚ ਕੀਤਾ ਸੀ। ਖਾਸ ਤੌਰ ਦੇ ਉੱਪਰ ਜਿਹੜੀ ਗੱਲ ਕਰਦੇ ਹਾਂ ਸ਼ਾਂਤੀ ਨਿਕੇਤਨ ਸੰਸਥਾ ਸੀ ਉਸ ਖੇਤਰ ਦੇ ਵਿੱਚ ਇਹਨਾਂ ਨੇ ਅਧਿਆਪਨ ਜਿਹੜਾ ਕੀਤਾ ਸੀਗਾ। ਅਧਿਆਪਨ ਤੋਂ ਇਲਾਵਾ ਇਹਨਾਂ ਨੇ ਕੱਪੜੇ ਦਾ ਵਪਾਰ ਕੀਤਾ, ਨਵੀਂ ਤਾਲੀਮ, ਪਰਚੇ ਦੇ ਸੰਪਾਦਕੀ ਬੋਰਡ ਵਿੱਚ ਕੰਮ ਕੀਤਾ, BBC ਦੇ ਲਈ ਪੱਤਰਕਾਰੀ ਕੀਤੀ ਸੀਗੀ, ਉਦਘੋਸ਼ਣਾ ਦਾ ਜਿਹੜਾ ਕਾਰਜ ਹੈ ਉਹ ਕੀਤਾ ਸੀਗਾ। ਠੀਕ ਹੈ, ਯਾਨੀ ਕਿ ਕਹਿ ਸਕਦੇ ਹਾਂ ਕਾਫੀ ਸਾਰੇ ਕੰਮ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਸੀਗੇ। ਅਦਾਕਾਰੀ ਤੋਂ ਇਲਾਵਾ ਅਧਿਆਪਨ ਹੋ ਗਿਆ, ਕੱਪੜੇ ਦਾ ਵਪਾਰ ਕਰਨਾ, ਠੀਕ ਹੈ, ਪੱਤਰਕਾਰੀ ਕਰਨਾ, ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਨਕਲੂਡ ਸੀਗੀਆਂ। ਸੋ ਰਵਿੰਦਰ ਨਾਥ ਟੈਗੋਰ ਤੋਂ ਪ੍ਰੇਰਨਾ ਲੈਣ ਤੋਂ ਬਾਅਦ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਸੋ ਮੋਸਟ ਇੰਪੋਰਟੈਂਟ ਹੈ ਕਿ ਬਲਰਾਜ ਸਾਹਨੀ ਸੀਗੇ ਜਿਹੜੇ ਉਹ ਕਿਸ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕਰਦੇ ਹੈਗੇ ਨੇ ਪੰਜਾਬੀ ਦੇ ਵਿੱਚ, ਤਾਂ ਇਹ ਸ਼ੁਰੂਆਤ ਹੋਈ ਸੀਗੀ ਰਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਤੋਂ। ਸੋ ਉਹਨਾਂ ਤੋਂ ਪ੍ਰੇਰਨਾ ਲੈਂਦੇ ਨੇ ਅਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਪੰਜਾਬੀ ਦੇ ਵਿੱਚ ਲਿਖਣਾ ਇਹ ਸ਼ੁਰੂ ਕਰਦੇ ਹੈਗੇ ਨੇ ਜੀ। ਔਰ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕਰੀਏ ਆਰਸੀ ਅਤੇ ਪ੍ਰੀਤ ਲੜੀ ਆਦਿ ਰਸਾਲਿਆਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਉਹ ਲਗਾਤਾਰ ਛਪਦੀਆਂ ਰਹੀਆਂ ਨੇਗੀਆਂ, ਹਮੇਸ਼ਾ ਹੁੰਦੀਆਂ ਰਹੀਆਂ ਨੇਗੀਆਂ ਆਰਸੀ ਅਤੇ ਪ੍ਰੀਤ ਲੜੀ ਦੇ ਵਿੱਚ। ਨੈਕਸਟ ਹੈ ਸਨਮਾਨ। ਸੋ ਬਲਰਾਜ ਸਾਹਨੀ ਨੂੰ ਕਿਹੜੇ ਸਨਮਾਨ ਜਿਹੜੇ ਆ ਉਹ ਮਿਲੇ ਹੈਗੇ ਨੇ, ਕਿਹੜੇ ਕੰਮਾਂ ਦੇ ਲਈ ਮਿਲੇ ਹੈਗੇ ਨੇ। ਸੋ ਪਹਿਲਾਂ ਇਹਨਾਂ ਦੇ ਵਿੱਚ ਹੈ 1969 ਦੇ ਵਿੱਚ, ਸੋ ਇੱਥੇ ਇਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਦੇ ਨਾਲ ਜਿਹੜਾ ਹੈ ਨਾ ਸਨਮਾਨਿਆ ਗਿਆ ਸੀਗਾ। ਅੱਗੇ ਇਸ ਤੋਂ ਬਾਅਦ 1971 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਲੇਖਕ ਇਨਾਮ ਦੇ ਨਾਲ ਜਿਹੜਾ ਹੈ ਇਹਨਾਂ ਨੂੰ ਸਨਮਾਨਿਤ ਕੀਤਾ ਸੀਗਾ। ਅਤੇ ਬਲਰਾਜ ਸਾਹਨੀ ਦੀਆਂ ਰਚਨਾ ਮੇਰਾ ਰੂਸੀ ਸਫ਼ਰਨਾਮਾ ਨੂੰ ਸਵੋਤਿਅਮ ਲੈਂਡ ਨਹਿਰੂ ਪੁਰਸਕਾਰ ਦੇ ਨਾਲ ਵੀ ਜਿਹੜਾ ਸਨਮਾਨਿਤ ਕੀਤਾ ਗਿਆ ਸੀਗਾ। 1969 ਦੇ ਵਿੱਚ ਪਦਮ ਸ਼੍ਰੀ ਦੇ ਨਾਲ, 1971 ਦੇ ਵਿੱਚ ਸ਼੍ਰੋਮਣੀ ਲੇਖਕ ਨਾਮ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਸੀ ਪੰਜਾਬ ਸਰਕਾਰ ਦੇ ਵੱਲੋਂ। ਅਤੇ ਮੇਰਾ ਰੂਸੀ ਸਫ਼ਰਨਾਮਾ ਕਾਫੀ ਫੇਮਸ ਰਹੀ ਸੀ, ਸੋ ਇਹਨਾਂ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਸੀਗਾ। ਸੋ ਬਲਰਾਜ ਸਾਹਨੀ ਦੀ ਮੌਤ ਜਿਹੜੀ ਹੈ ਉਹ 13 ਅਪ੍ਰੈਲ 1973 ਨੂੰ ਹੁੰਦੀ ਹੈ ਅਤੇ ਦਿਲ ਦਾ ਦੌਰਾ ਪੈਣ ਕਾਰਨ ਇਹਨਾਂ ਦੀ ਮੁੰਬਈ ਦੇ ਵਿੱਚ ਮੌਤ ਹੋ ਜਾਂਦੀ ਹੈ। ਸੋ ਆਪਣੀ ਲੜਕੀ ਦੀ ਜਿਹੜੀ ਡੈਥ ਆ ਨਾ ਕਾਫੀ ਝੋਰਾ ਲੈਂਦੇ ਨੇ, ਜਿਹਦੇ ਕਾਰਨ ਕਰਕੇ ਇਹ 13 ਅਪ੍ਰੈਲ 1973 ਨੂੰ ਮੁੰਬਈ ਵਿਖੇ ਇਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਨੈਕਸਟ ਹੈ ਬਲਰਾਜ ਸਾਹਨੀ ਦੀਆਂ ਕੁਝ ਪ੍ਰਮੁੱਖ ਫਿਲਮਾਂ। ਸੋ ਕਾਫੀ ਸਾਰੀਆਂ ਫਿਲਮਾਂ ਵੀ ਇਹਨਾਂ ਦੇ ਵਿੱਚ ਕੀਤੀਆਂ ਸੀ, ਬਟ ਕੁਝ ਇੰਪੋਰਟੈਂਟ ਜਿਹੜੀਆਂ ਨੇ ਉਹਨਾਂ ਨੂੰ ਹੀ ਮੈਂ ਇਨਕਲੂਡ ਕੀਤਾ ਹੈ। ਠੀਕ ਹੈ, ਸੋ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੈਗੇ ਹੋ। ਸੋ 135 ਜਿਹੜੀਆਂ ਇਹਨਾਂ ਨੇ ਟੋਟਲ ਫਿਲਮਾਂ ਕੀਤੀਆਂ ਸੀ ਤਕਰੀਬਨ, ਠੀਕ ਹੈ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਕੰਮ ਕੀਤਾ ਸੀਗਾ। ਸੋ ਇਸ ਤੋਂ ਇਲਾਵਾ ਇਹਨਾਂ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ 1946 ਦੇ ਵਿੱਚ ਹੁੰਦੀ ਹੈ। ਸੋ 1946 ਦੇ ਵਿੱਚ ਇਹਨਾਂ ਨੇ 3 ਫਿਲਮਾਂ ਕੀਤੀਆਂ ਸੀਗੀਆਂ, ਦੂਰ ਚਲੇ, ਧਰਤੀ ਕੇ ਲਾਲ ਅਤੇ ਬਦਨਾਮੀ। ਇਹਨਾਂ 3 ਫਿਲਮਾਂ ਦੇ ਵਿੱਚ ਕੰਮ ਕੀਤਾ ਸੀਗਾ। ਅਤੇ 1952 ਦੇ ਵਿੱਚ ਇਹਨਾਂ ਨੇ ਬਦਨਾਮ ਫਿਲਮ ਸੀਗੀ ਜਿਹੜੀ ਉਸ ਦੇ ਵਿੱਚ ਵੀ ਕੰਮ ਕੀਤਾ ਸੀ। 1953 ਦੇ ਵਿੱਚ ਇਹਨਾਂ ਦੀ ਰਾਹੀ ਅਤੇ 2 ਬਿੱਘਾ ਜਿਹੜੀਆਂ ਫਿਲਮਾਂ ਸੀ ਕਾਫੀ ਫੇਮਸ ਰਹੀਆਂ ਸੀ। ਰਾਹੀ ਦੇ ਵਿੱਚ ਇਹਨਾਂ ਨੇ ਡਾਕਟਰ ਦਾ ਰੋਲ ਅਦਾ ਕੀਤਾ ਸੀਗਾ, 2 ਬਿੱਘਾ ਦੇ ਵਿੱਚ ਸ਼ੰਭੂ ਮਹੱਤੇ ਦੇ ਨਾਮ ਨਾਲ ਇਹਨਾਂ ਨੇ ਜਿਹੜਾ ਹੈ ਨਾ ਰੋਲ ਅਦਾ ਕੀਤਾ ਸੀਗਾ। 1955 ਦੇ ਵਿੱਚ ਟਾਂਗੇ ਵਾਲੀ, ਸੀਮਾ ਅਤੇ ਟਕਸਾਲ 3 ਫਿਲਮਾਂ ਆਉਂਦੀਆਂ ਹੈਗੀਆਂ ਨੇ ਔਰ ਇਹਨਾਂ ਦੇ ਵਿੱਚ ਸੀਮਾ ਦੇ ਵਿੱਚ ਅਸ਼ੋਕ ਬਾਬੂ ਦੀ ਭੂਮਿਕਾ ਨਿਭਾਈ ਇਹਨਾਂ ਨੇ, ਟਕਸਾਲ ਦੇ ਵਿੱਚ ਜਿਹੜਾ ਹੈ ਜਤਨ ਮੁਖਰਜੀ ਇਸ ਦੀ ਭੂਮਿਕਾ ਨਿਭਾਈ ਸੀਗੀ ਇਸ ਪਾਤਰ ਦੀ। 1957 ਦੇ ਵਿੱਚ ਇਹਨਾਂ ਦੀ ਲਾਲ ਬੱਤੀ ਜਿਹੜੀ ਮੂਵੀ ਆਉਂਦੀ ਹੈਗੀ ਹੈਗੀ। ਇਸ ਤੋਂ ਬਾਅਦ ਭਾਬੀ ਮੂਵੀ ਆਉਂਦੀ ਹੈ, ਭਾਬੀ ਦੇ ਵਿੱਚ ਇਹਨਾਂ ਨੇ ਰਤਨ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਨਿਭਾਇਆ ਸੀਗਾ। ਓਕੇ, ਸੋ ਨੈਕਸਟ ਹੈਗਾ ਗਾ 1958। ਸੋ 1958 ਦੇ ਵਿੱਚ ਸੋਨੇ ਕੀ ਚਿੜੀਆ ਸੀ, ਇਸ ਦੇ ਵਿੱਚ ਸ਼੍ਰੀਕਾਂਤ ਦੀ ਭੂਮਿਕਾ ਨਿਭਾਈ ਸੀਗੀ ਇਹਨਾਂ ਦੇ ਵੱਲੋਂ। ਔਰ ਦੂਸਰੀ ਮੂਵੀ ਸੀ ਲਾਜਵੰਤੀ, ਇਸ ਦੇ ਵਿੱਚ ਇਹਨੇ ਮਿਸਟਰ ਨਿਰਮਲ ਦੀ ਭੂਮਿਕਾ ਨਿਭਾਈ ਸੀਗੀ। 1959 ਦੇ ਵਿੱਚ ਛੋਟੀ ਬਹਿਨ ਜਿਹੜੀ ਮੂਵੀ ਆਈ ਸੀ ਉਸ ਦੇ ਵਿੱਚ ਰਜਿੰਦਰ ਦੀ ਭੂਮਿਕਾ ਨਿਭਾਈ ਸੀਗੀ। 1960 ਦੇ ਵਿੱਚ ਬਿੰਦੀਆਂ ਮੂਵੀ ਆਈ ਸੀ ਜਿਸ ਦੇ ਵਿੱਚ ਦੇਵਰਾਜ ਦੀ ਭੂਮਿਕਾ ਜਿਹੜੀ ਇਹਨਾਂ ਨੇ ਨਿਭਾਈ ਸੀਗੀ, ਯਾਨੀ ਕਿ ਦੇਵਰਾਜ ਦਾ ਜਿਹੜਾ ਪਾਤਰ ਸੀਗਾ ਉਹ ਬਲਰਾਜ ਸਾਹਨੀ ਸੀਗਾ। 1961 ਦੇ ਵਿੱਚ ਭਾਬੀ ਕੀ ਚੂੜੀਆਂ ਸੀ ਜਿਸ ਦੇ ਵਿੱਚ ਸ਼ਿਆਮ ਦੀ ਜਿਹੜੀ ਭੂਮਿਕਾ ਸੀਗੀ। ਦੂਸਰੀ ਮੂਵੀ ਬਟਵਾਰਾ ਸੀਗੀ ਅਤੇ ਤੀਸਰੀ ਮੂਵੀ ਕਾਬਲੀਵਾਲਾ ਸੀ। ਸੋ ਕਾਬਲੀਵਾਲਾ ਕਾਫੀ ਫੇਮਸ ਹੈ, ਸੋ ਇਸ ਦੇ ਵਿੱਚ ਇਹਨੇ ਅਬਦੁਲ ਰਹਿਮਾਨ ਖਾਨ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਨਿਭਾਇਆ ਸੀਗਾ। 1962 ਦੇ ਵਿੱਚ ਸ਼ਾਦੀ ਮੂਵੀ ਆਈ ਸੀਗੀ ਜਿਸ ਦੇ ਵਿੱਚ ਰਤਾਓ ਦੀ ਭੂਮਿਕਾ ਨਿਭਾਈ ਸੀਗੀ। ਔਰ ਦੂਸਰੀ ਮੂਵੀ ਸੀ ਅਨਪੜ੍ਹ ਜਿਸ ਦੇ ਵਿੱਚ ਚੌਧਰੀ ਸ਼ੰਭੂਨਾਥ ਦੀ ਭੂਮਿਕਾ ਜਿਹੜੀ ਹੈ ਉਹ ਬਲਰਾਜ ਸਾਹਨੀ ਦੇ ਦੁਆਰਾ ਨਿਭਾਈ ਗਈ ਸੀਗੀ। ਨੈਕਸਟ ਹੈ 1964 ਦੇ ਵਿੱਚ। ਸੋ 1964 ਦੇ ਵਿੱਚ ਪੁਨਰ ਮਿਲਨ ਜਿਹੜੀ ਮੂਵੀ ਆਈ ਸੀ ਉਸ ਦੇ ਵਿੱਚ ਡਾਕਟਰ ਮੋਹਨ ਚਰ ਰਾਮ ਦੀ ਜਿਹੜੀ ਭੂਮਿਕਾ ਨਿਭਾਈ ਸੀਗੀ। ਦੂਸਰਾ ਹੈ ਹਕੀਕਤ ਮੂਵੀ ਜਿਸ ਦੇ ਵਿੱਚ ਮੇਜਰ ਰਣਜੀਤ ਸਿੰਘ ਦੀ ਭੂਮਿਕਾ ਨਿਭਾਈ ਸੀਗੀ। 1965 ਦੇ ਵਿੱਚ ਵਕਤ ਮੂਵੀ ਦੇ ਵਿੱਚ ਇਹਨਾਂ ਨੇ ਲਾਲਾ ਕੇਦਾਰਨਾਥ ਦੀ ਭੂਮਿਕਾ, ਫਰਾਰ ਦੇ ਵਿੱਚ ਜਾਸੂਸੀ ਅਫਸਰ ਦੀ ਭੂਮਿਕਾ ਨਿਭਾਈ ਸੀਗੀ। 1966 ਦੇ ਵਿੱਚ
ਪਿੰਜਰੇ ਕੀ ਪੰਛੀ ਮੂਵੀ ਦੇ ਵਿੱਚ ਯਾਸੀਨ ਖਾਨ ਦੀ ਭੂਮਿਕਾ ਨਿਭਾਈ ਸੀਗੀ। ਆਏ ਦਿਨ ਬਹਾਰ ਕੇਸ ਦੇ ਵਿੱਚ ਸ਼ੰਕਲਾ ਦੀ ਜਿਹੜੀ ਭੂਮਿਕਾ ਨਿਭਾਈ ਸੀਗੀ ਅਤੇ 1967 ਦੇ ਵਿੱਚ ਨੌ ਨਿਹਾਲ ਮੂਵੀ ਦੇ ਵਿੱਚ ਇਹਨਾਂ ਨੇ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ ਸੀ। ਕਰਕੇ ਚਿਰਾਗ ਮੂਵੀ ਇਹਨਾਂ ਦੀ ਸੀਗੀ, ਠੀਕ ਹੈ। ਇਸ ਤੋਂ ਅੱਗੇ 1968 ਦੇ ਵਿੱਚ ਦੁਨੀਆ ਮੂਵੀ ਆਈ ਸੀ, ਇਸ ਦੇ ਵਿੱਚ ਇਹਨਾਂ ਨੇ ਰਾਮਨਾਥ ਸ਼ਰਮਾ ਦੀ ਜਿਹੜੀ ਭੂਮਿਕਾ ਹੈ ਉਹ ਨਿਭਾਈ ਸੀ। ਅਤੇ 1969 ਦੇ ਵਿੱਚ ਤਲਾਸ਼ ਮੂਵੀ ਦੇ ਵਿੱਚ ਇਹਨਾਂ ਨੇ ਰਣਜੀਤ ਰਾਏ ਦੀ ਭੂਮਿਕਾ ਨਿਭਾਈ ਸੀਗੀ। ਏਕ ਫੂਲ ਦੋ ਮਾਲੀ ਮੂਵੀ ਸੀ ਜਿਸ ਦੇ ਵਿੱਚ ਕੈਲਾਸ਼ ਨਾਥ ਕੌਸ਼ਲ ਦੀ ਭੂਮਿਕਾ ਨਿਭਾਈ ਸੀਗੀ। ਦੋ ਰਸਤੇ ਮੂਵੀ ਦੇ ਵਿੱਚ ਇਹਨਾਂ ਨੇ ਨਵਿੰਦਰੂ ਗੁਪਤਾ ਦੀ ਜਿਹੜੀ ਭੂਮਿਕਾ ਉਹ ਨਿਭਾਈ ਸੀਗੀ। 1970 ਦੇ ਵਿੱਚ ਪਵਿੱਤਰ ਪਾਪੀ ਦੇ ਵਿੱਚ ਇਹਨਾਂ ਨੇ ਪੰਨਾ ਨਾਲ ਦੀ ਜਿਹੜੀ ਭੂਮਿਕਾ ਉਹ ਨਿਭਾਈ ਸੀਗੀ, ਜੋ ਕਿ ਨਾਨਕ ਸਿੰਘ ਦਾ ਨਾਵਲ ਸੀ, ਉਸ ਦੇ ਉੱਪਰ ਮੂਵੀ ਬਣੀ ਸੀਗੀ ਪਵਿੱਤਰ ਪਾਪੀ। ਸੋ ਉਸ ਦੇ ਵਿੱਚ ਇਹਨਾਂ ਨੇ ਪੰਨਾ ਲਾਲ, ਜਿਨ੍ਹਾਂ ਨੇ ਵੀ ਮੂਵੀ ਦੇਖੀ ਉਹਨਾਂ ਨੂੰ ਪਤਾ ਹੋਵੇਗਾ ਨਾ, ਸੋ ਉਸ ਦੀ ਭੂਮਿਕਾ ਨਿਭਾਈ ਸੀਗੀ। ਨੈਕਸਟ ਹੈ ਨਾਨਕ ਦੁਖੀਆ ਸੰਸਾਰ ਸਭ ਸੰਸਾਰ। ਅੱਗੇ ਸੀ ਧਰਤੀ ਮੂਵੀ, ਸੋ ਇਸ ਦੇ ਵਿੱਚ ਭਾਰਤ ਦਾ ਡੈਡ ਜਿਹੜਾ ਹੈ ਉਸ ਦੀ ਭੂਮਿਕਾ ਨਿਭਾਈ ਹੈਗੀ। 1971 ਦੇ ਵਿੱਚ ਇਹਨਾਂ ਦੀ ਪਰਾਇਤਨ ਮੂਵੀ ਆਈ ਸੀ ਜਿਸ ਦੇ ਵਿੱਚ ਗੋਬਿੰਦ ਰਾਮ ਜਿਹੜਾ ਹੈ ਉਸ ਦੀ ਭੂਮਿਕਾ ਨਿਭਾਈ ਸੀ ਇਹਨਾਂ ਨੇ। ਨੈਕਸਟ ਹੈ 1972 ਦੇ ਵਿੱਚ, ਸੋ ਜੀਵਨੀ ਜਵਾਨੀ ਦੀਵਾਨੀ ਦੇ ਵਿੱਚ ਰਵੀ ਆਨੰਦ ਦੀ ਭੂਮਿਕਾ ਨਿਭਾਈ ਸੀਗੀ। ਜੰਗਲ ਮੇਂ ਮੰਗਲ ਜਿਹੜੀ ਹੈ ਉਹ ਥਾਮਸ ਦੀ ਭੂਮਿਕਾ ਨਿਭਾਈ ਸੀਗੀ। 1973 ਦੇ ਵਿੱਚ ਜਿਹੜਾ ਇਹਨਾਂ ਨੇ ਹਿੰਦੁਸਤਾਨ ਕੀ ਕਸਮ ਅਤੇ ਗਰਮ ਹਵਾ ਜਿਹੜੀ ਹੈ ਉਸ ਦੇ ਵਿੱਚ ਸਲੀਮ ਮਿਰਜ਼ਾ, ਇਹ ਵੀ ਕਾਫੀ ਇੰਪੋਰਟੈਂਟ ਹੈ, ਸੋ ਇਸ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ 1977 ਦੇ ਵਿੱਚ ਜਲਿਆਂਵਾਲਾ ਬਾਗ ਫਿਲਮ ਦੇ ਵਿੱਚ ਉਦਮ ਸਿੰਘ ਅਤੇ ਅਮਾਨਤ ਦੇ ਵਿੱਚ ਸੁਰੇਸ਼ ਦੀ ਜਿਹੜੀ ਭੂਮਿਕਾ ਹੈ ਉਹ ਇਹਨਾਂ ਨੇ ਨਿਭਾਈ ਸੀਗੀ, ਠੀਕ ਹੈ। ਸੋ ਇਹ ਕੁਝ ਮੂਵੀਜ਼ ਸੀਗਾ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀਗਾ। ਨੈਕਸਟ ਹੈ ਬਲਰਾਜ ਸਾਹਨੀ ਦੀਆਂ ਰਚਨਾਵਾਂ, ਜੋ ਬਹੁਤ ਇੰਪੋਰਟੈਂਟ ਨੇ। ਸੋ ਇਹਨਾਂ ਦੇ ਦੁਆਰਾ ਕੁਛ ਮੂਵੀਜ਼ ਸੀ, ਮੂਵੀਜ਼ ਤੋਂ ਬਾਅਦ ਕੁਛ ਜਿਹੜੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਹਨ ਰਚਨਾਵਾਂ ਵੀ ਲਿਖੀਆਂ ਸੀਗੀਆਂ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਵੇਟਰ ਦੀ ਵਾਰ। ਸੋ ਇਹ ਕਾਵਿ ਸੰਗ੍ਰਹਿ ਸੀ ਜੋ ਕਿ 1974 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ। ਅਤੇ ਇਸ ਤੋਂ ਬਾਅਦ ਕੀ ਇਹ ਸੱਚ ਹੈ ਬਾਪੂ ਪੂਰਾ ਨਾਟਕ ਸੀਗਾ, ਇਹ 1974 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ। ਸਿਨੇਮਾ ਅਤੇ ਸਟੇਜ ਜਿਹੜਾ ਲੇਖ ਸੰਗ੍ਰਹਿ ਸੀਗਾ ਜਿਹੜਾ 1974 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਤਿਹਾਸ ਦੀ ਪੈੜ ਲੇਖ ਸੰਗ੍ਰਹਿ ਹੈ ਜਿਹੜਾ ਕਿ 1979 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਕਾਮੇ ਲੇਖ ਸੰਗ੍ਰਹਿ ਹੈ ਜਿਹੜਾ ਕਿ 1984 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਯਾਦਾਂ ਦੀ ਕੰਨੀ ਸੰਸਮਰਨ ਸੀਗਾ ਜਿਹੜਾ ਇਹ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਅਤੇ ਇੱਕ ਸਫ਼ਰ ਇੱਕ ਦਾਸਤਾਨ ਇਹ ਨਾਵਲ ਸੀਗਾ, ਸੋ ਇਹ ਵੀ ਇਹਨਾਂ ਦੇ ਦੁਆਰਾ ਲਿਖਿਆ ਗਿਆ ਸੀ। ਗੈਰ ਜਜ਼ਬਾਤੀ ਡਾਇਰੀ ਹੈ ਉਹ ਵੀ ਇਹਨਾਂ ਦੀ ਹੀ ਸੀਗੀ। ਮੇਰਾ ਰੂਸੀ ਸਫ਼ਰਨਾਮਾ 1967 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ। ਮੇਰਾ ਪਾਕਿਸਤਾਨੀ ਸਫ਼ਰਨਾਮਾ 1969 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ। ਮੇਰਾ ਹੀ ਫਿਲਮੀ ਆਤਮ ਕਥਾ ਸਵੈ ਜੀਵਨੀ ਸੀ, ਜੋ ਵੀ ਇਹਨਾਂ ਦੇ ਦੁਆਰਾ ਲਿਖੀ ਗਈ। ਯਾਦਾਂ ਦਾ ਝਰੋਖਾ ਇਹ ਲੇਖ ਸੰਗ੍ਰਹਿ ਸੀਗਾ ਬਲਰਾਜ ਸਾਹਨੀ ਦਾ। ਅਤੇ ਅਥਰੂ ਅਤੇ ਲੋਹੇ ਦੇ ਹਾਥੀ, ਸੋ ਇਹ ਸਾਰੀਆਂ ਰਚਨਾਵਾਂ ਇਹਨਾਂ ਦੀਆਂ ਸੀਗੀਆਂ। ਬਟ ਇੰਪੋਰਟੈਂਟ ਲਾਈਨ ਹੈ ਕਿ ਇਹ ਸੱਚ ਹੈ ਬਾਪੂ, ਵੇਟਰ ਦੀ ਵਾਰ, ਇੱਕ ਸਫ਼ਰ ਇੱਕ ਦਸਤਾਨ ਬਲਰਾਜ ਸਾਹਨੀ ਦੀ ਮੌਤ ਦੇ ਮਗਰੋਂ ਪ੍ਰਕਾਸ਼ਿਤ ਹੋਈਆਂ ਸੀਗੀਆਂ। ਲਿਖੀਆਂ ਪਹਿਲਾਂ ਗਈਆਂ ਸੀ ਬਟ ਇਹ ਪ੍ਰਕਾਸ਼ਿਤ ਬਾਅਦ ਦੇ ਵਿੱਚ ਹੋਈਆਂ ਸੀਗੀਆਂ, ਠੀਕ ਹੈ, ਮੌਤ ਤੋਂ ਬਾਅਦ ਜਿਹੜਾ ਕਹਿ ਸਕਦੇ ਹਾਂ। ਨੈਕਸਟ ਹੈ ਯਾਦਾਂ ਦੀ ਕੰਨੀ। ਸੋ ਇਹਨਾਂ ਪੁਸਤਕਾਂ ਦੀ ਕੁਝ ਡਿਟੇਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ। ਸੋ ਪਹਿਲੀ ਪੁਸਤਕ ਹੈ ਯਾਦਾਂ ਦੀ ਕੰਨੀ। ਸੋ ਇਸ ਪੁਸਤਕ ਦੇ ਵਿੱਚ ਬਲਰਾਜ ਸਾਹਨੀ ਨੇ 11 ਜਿਹੜੇ ਸੰਸਮਰਨ ਸੀ ਉਹਨਾਂ ਨੂੰ ਸੰਕਲਿਤ ਕੀਤਾ ਸੀਗਾ। ਹਰ ਸੰਸਮਰਨ ਦੇ ਵਿੱਚ ਲੇਖਕ ਨੇ ਕਿਸੇ ਨਾ ਕਿਸੇ ਅਭੁੱਲ ਯਾਦ ਦਾ ਜਿਹੜਾ ਉਹ ਰੂਪਮਾਨ ਕੀਤਾ ਹੈਗਾ। ਸੋ 11 ਲੇਖ ਸੀਗੇ। ਭੇਰੇ ਦੀ ਯਾਦ ਪਹਿਲਾ, ਦੂਸਰਾ ਹੈ ਇੱਕ ਮਿੱਠੀ ਯਾਦ, ਤੀਸਰਾ ਹੈ ਟੈਗੋਰ ਕੁਝ ਯਾਦਾਂ, ਤੀਸਰੀ ਹੈ ਸ਼ਾਂਤੀ ਨਿਕੇਤਨ ਦੀ ਇੱਕ ਯਾਦ, ਪੰਜਵਾਂ ਹੈ ਯਾਦ ਹੀਰੋ ਬਣਨ ਦੀ, ਛੇਵੀਂ ਹੈ ਰੱਖੜੀ ਵਾਲੇ ਦਿਨ ਦੀ ਇੱਕ ਯਾਦ, ਅਤੇ ਸੱਤਵਾਂ ਹੈ ਮੈਂ ਡਾਇਰੈਕਟਰ ਬਣਿਆ, ਅਤੇ ਅੱਠਵੀਂ ਹੈ ਕਸ਼ਮੀਰ ਯਾਤਰਾ ਇੱਕ ਯਾਦ, ਅਤੇ ਨੌਵਾਂ ਹੈ ਪਹਿਲੀ ਸ਼ੂਟਿੰਗ ਦੀ ਯਾਦ, ਅਤੇ 10ਵਾਂ ਹੈ ਰੂਸ ਦੀ ਯਾਦ, ਅਤੇ 11ਵਾਂ ਹੈ ਪਿੰਡੀ ਦੀ ਯਾਦ। ਸੋ ਇਹ ਸਾਰੀਆਂ ਜਿਹੜੀਆਂ ਇਹਨਾਂ ਦੀ ਯਾਦਾਂ ਦੇ ਵਿੱਚ ਲਿਖੀਆਂ ਗਈਆਂ ਨੇ, ਜੋ ਕਿ ਇਹਨਾਂ ਦੇ ਆਪਣੇ ਹੀ ਜਿਹੜੀਆਂ ਕਹਿ ਸਕਦੇ ਨੇ ਯਾਦਾਂ ਸੀਗੀਆਂ, ਹੈ ਨਾ, ਮੈਮਰੀ ਸੀ, ਉਹਨਾਂ ਨੂੰ ਇਹਨਾਂ ਨੇ ਲਿਖਿਆ ਜੋ ਬਾਅਦ ਦੇ ਵਿੱਚ ਬੁੱਕ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋਇਆ, ਜਿਹੜੀ ਕਿ ਯਾਦਾਂ ਦੀ ਕੰਨੀ ਨਾਮ ਜਿਹੜਾ ਕਾਵਿ ਸੰਗ੍ਰਹਿ ਸੀ ਉਸ ਦੇ ਵਿੱਚ ਪ੍ਰਕਾਸ਼ਿਤ ਹੋਇਆ, ਠੀਕ ਹੈ, ਲੇਖ ਸੰਗ੍ਰਹਿ ਦੇ ਵਿੱਚ, ਸੌਰੀ। ਨੈਕਸਟ ਹੈ ਸੰਸਮਰਨ ਸਾਹਿਤ। ਸੋ ਸੰਸਮਰਨ ਸਾਹਿਤ ਹੁੰਦਾ ਕੀ ਹੈਗਾ, ਸੋ ਇਸ ਬਾਰੇ ਕੁਛ ਡਿਟੇਲ ਦੇ ਵਿੱਚ ਇੱਥੇ ਦਿੱਤਾ ਹੋਇਆ ਹੈ। ਸੋ ਸੰਸਮਰਨ ਸਾਹਿਤ ਕੀ ਹੈ, ਇੱਕ ਪੰਜਾਬੀ ਸ਼ਬਦ ਹੈ ਜਿਸ ਨੂੰ ਯਾਦਾਂ ਦਾ ਪਰਿਵਾਚੀ ਸ਼ਬਦ ਮੰਨਿਆ ਜਾਂਦਾ ਹੈ, ਠੀਕ ਹੈ। ਉਲਟ ਜਿਵੇਂ ਆਪਾਂ ਕਹਿ ਦਿੰਦੇ ਹਾਂ ਯਾਦਾਂ ਨੂੰ ਅਸੀਂ ਸੰਸਮਰਨ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਵਰਤਿਆ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਇਸ ਨੇ ਰਿਮੈਨੈਂਸੈਂਸ ਅਤੇ ਮਾਇਰ ਦੇ ਨਾਮ ਨਾਲ ਇਸ ਨੂੰ ਜਿਹੜਾ ਜਾਣਿਆ ਜਾਂਦਾ ਹੈ ਯਾਦਾਂ ਨੂੰ। ਅਤੇ ਇਹ ਸਾਹਿਤ ਰੂਪ ਵਿੱਚ ਕੋਈ ਲੇਖਕ ਆਪਣੇ ਜੀਵਨ ਦੇ ਨਾਲ ਸੰਬੰਧਿਤ ਕੁਝ ਅਜਿਹੀਆਂ ਘਟਨਾਵਾਂ ਜਾਂ ਯਾਦਾਂ ਦਾ ਜਿਹੜਾ ਚਿਤਰਨ ਕਰਦਾ ਹੈ
ਜੋ ਭੁਲਾਈਆਂ ਨਾ ਜਾ ਸਕਦੀਆਂ ਹੋਣ, ਜੋ ਨੇ ਆਪਣੇ ਜੀਵਨ ਦੇ ਵਿੱਚ ਦੇਖਿਆ ਹੋਵੇ ਬਟ ਉਹ ਕਦੇ ਵੀ ਭੁੱਲਣਯੋਗ ਨਾ ਹੋਣ। ਸੋ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਦਾ ਲਿਖ ਕੇ ਪ੍ਰਜੈਂਟ ਕਰਦਾ ਹੈ ਲੇਖਕ। ਸੋ ਉਸ ਨੂੰ ਜਿਹੜਾ ਹੈ ਨਾ ਇੱਥੇ ਰੈਮਨਸਨ ਜਾਂ ਮਾਇਰ ਜਿਹੜਾ ਕਿਹਾ ਜਾਂਦਾ ਹੈ। ਸੋ ਇਹ ਸੰਸਮਰਨ ਦਾ ਹੀ ਰੂਪ ਹੁੰਦਾ ਹੈ। ਇਹਦੇ ਦੋ ਰੂਪ ਹੁੰਦੇ ਨੇ, ਇੱਕ ਹੁੰਦਾ ਹੈ ਸਵੈ ਦੇ ਨਾਲ ਸੰਬੰਧਿਤ ਯਾਦਾਂ, ਇੱਕ ਹੁੰਦਾ ਹੈ ਦੂਜੇ ਲੋਕਾਂ ਦੇ ਨਾਲ ਸੰਬੰਧਿਤ ਯਾਦਾਂ। ਸੋ ਦੋਨਾਂ ਦੀ ਹੀ ਰਚਨਾ ਹੁੰਦੀ ਹੈ। ਸੋ ਜੇਕਰ ਇਸ ਦੇ ਸਰੂਪ ਅਤੇ ਲੱਛਣ ਦੀ ਗੱਲ ਕਰੀਏ ਤਾਂ ਸੰਸਮਰਨ ਸ਼ਬਦ ਦੀ ਵਿਉਤਪੱਤੀ ਜਿਹੜੀ ਹੈ ਉਹ ਸਮਰਲਜ ਧਾਤੂ ਤੋਂ ਹੋਈ ਹੈਗੀ ਕਿ ਸੋ ਜਿਸ ਦਾ ਜਿਹੜਾ ਕਹਿ ਸਕਦੇ ਹਾਂ ਅਰਥ ਬਣਦਾ ਹੈ, ਜਿਹੜੇ ਸ਼ਬਦਾਂ ਤੋਂ ਇਹ ਨਿਕਲ ਕੇ ਬਣਦਾ ਹੈ, ਜਿਸ ਨੂੰ ਅਸੀਂ ਸਮਝਕ ਅਤੇ ਸਮਰਨ ਜਿਹੜਾ ਕਹਿ ਦਿੰਦੇ ਹੈਗੇ ਗੇ। ਇਹਨਾਂ ਸ਼ਬਦਾਂ ਤੋਂ ਨਿਕਲਿਆ ਹੋਇਆ ਇਹ ਸ਼ਬਦ ਆਉਂਦਾ ਹੈ ਸੰਸਮਰਨ। ਅਤੇ ਸਮਝਕ ਦਾ ਜਿਹੜਾ ਅਰਥ ਹੁੰਦਾ ਹੈਗਾ ਗਾ ਉਹਦਾ ਆਤਮਗਤ ਆਉਂਦਾ ਹੈ। ਸਮਰਨ ਦਾ ਅਰਥ ਜਿਹੜਾ ਹੈ ਉਹ ਯਾਦਾਂ ਦਾ ਬਣਦਾ ਹੈ। ਸੋ ਦੋਨੋਂ ਸ਼ਬਦ ਜਿਹੜੇ ਆ ਉਹ ਆਤਮਗਤ ਅਤੇ ਯਾਦਾਂ ਤੋਂ ਲੈ ਕੇ ਬਣਦੇ ਨੇ। ਸੋ ਇਸ ਤਰ੍ਹਾਂ ਅਸੀਂ ਸੰਸਮਰਨ ਦੇ ਅਰਥ ਲੈਂਦੇ ਹਾਂ ਕਿ ਸਵੈ ਯਾਦਾਂ ਯਾਨੀ ਕਿ ਖੁਦ ਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਜਿਹੜਾ ਲੇਖਕ ਹੈ ਖੁਦ ਯਾਦ ਕਰਦਾ ਹੈ ਅਤੇ ਫਿਰ ਉਹਨਾਂ ਨੂੰ ਲਿਖ ਕੇ ਜਿਹੜਾ ਹੈ ਨਾ ਪ੍ਰੈਜੈਂਟ ਕਰਦਾ ਹੈ ਲੋਕਾਂ ਤੱਕ। ਨੈਕਸਟ ਹੈ ਦੂਸਰੀ ਰਚਨਾ ਕਾਮੇ। ਸੋ ਇਹ ਬਲਾਸ ਸਾਹਨੀ ਦੀ ਇੱਕ ਪ੍ਰਤੀਨਿਧ ਜਿਹੜਾ ਲੇਖ ਸੀਗਾ, ਪ੍ਰਤੀ ਲਿਖੀ ਲੇਖ ਸੰਗ੍ਰਹਿ ਸੀਗਾ, ਜਿਸ ਦੇ ਵਿੱਚ ਟੋਟਲ ਜਿਹੜੇ ਹੈ 13 ਲੇਖ ਸੀਗੇ। ਸੋ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ, ਪੱਤਰਕਾਰੀ ਅਤੇ ਯੁਵਾ ਅਵਸਥਾ ਦੇ ਨਾਲ ਸੰਬੰਧਿਤ ਜਿਹੜੇ ਵੇਰਵੇ ਨੇ ਉਹਨਾਂ ਨੂੰ ਵਰਣਨ ਕੀਤਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਅਦਾਕਾਰੀ ਕੀਤੀ, ਫਿਰ ਪੱਤਰਕਾਰੀ, ਫਿਰ ਉਸ ਤੋਂ ਬਾਅਦ ਯੁਵਾ ਅਵਸਥਾ ਜਿਹੜੀ ਉਹਨਾਂ ਦੀ ਰਹੀ ਹੈ, ਜਵਾਨੀ ਜਿਹੜੀ ਹੈ ਨਾ ਉਸ ਦੇ ਬਾਰੇ ਰਿਹਾ। ਸੋ ਇਹਨਾਂ ਦੇ ਬਾਰੇ ਕੁਛ ਵੇਰਵਾ ਦਿੱਤਾ ਗਿਆ ਹੈ। ਸੋ ਪਹਿਲੀ ਹੈ ਰਚਨਾ ਇਸ ਦੇ ਵਿੱਚ 13 ਲੇਖਾਂ ਦੇ ਵਿੱਚੋਂ ਪਹਿਲੀ ਲੇਖਕ ਹੈ ਇੱਕ ਘਟਨਾ। ਸੋ ਇੱਕ ਘਟਨਾ ਦੇ ਵਿੱਚ ਉਹਨਾਂ ਨੇ ਰਾਵਲਪਿੰਡੀ ਤੋਂ ਕਸ਼ਮੀਰ ਦੀ ਯਾਤਰਾ ਦੇ ਨਾਲ ਸੰਬੰਧਿਤ ਕੁਛ ਸਮਾਚਾਰ ਜਿਹੜੇ ਹੈ ਉਹਨਾਂ ਨੂੰ ਬਿਆਨ ਕੀਤਾ ਹੈ। ਯਾਨੀ ਕਿ ਜਦੋਂ ਉਹ ਰਾਵਲਪਿੰਡੀ ਤੋਂ ਕਸ਼ਮੀਰ ਦੇ ਵਿੱਚ ਗਏ ਸੀ ਉਸ ਯਾਤਰਾ ਦੇ ਦੌਰਾਨ ਜੋ ਕੁਛ ਵਾਪਰਿਆ ਹੈ ਨਾ, ਜੋ ਕੁਝ ਉਹਨਾਂ ਦੇ ਨਾਲ ਉਸ ਸਮੇਂ ਰਿਹਾ, ਸੋ ਉਸ ਨੂੰ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਵਰਣਨ ਕੀਤਾ ਸੀਗਾ। ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਹੈ ਕਿ ਆਜ਼ਾਦ ਕੌਮਾਂ ਦੇ ਲੋਕ ਹੀ ਅਗਵਾਈ ਕਰਨ ਦੇ ਯੋਗ ਹੁੰਦੇ ਹਨ। ਗੁਲਾਮ ਲੋਕਾਂ ਦੀ ਮਾਨਸਿਕਤਾ ਕੁਝ ਅਜਿਹੀ ਹੀ ਮੰਨ ਜਾਂਦੀ ਹੈ ਕਿ ਉਹ ਭੇਡ ਚਾਲ ਨੂੰ ਹੀ ਆਪਣੇ ਲਈ ਸੁਰੱਖਿਅਤ ਜਿਹੜਾ ਉਹ ਸਮਝਦੇ ਹੈਗੇ ਨੇ। ਸੋ ਇੱਥੇ ਇਹਨਾਂ ਨੇ ਨਾ ਗਾਈਡੈਂਸ ਜਿਹੜੀ ਹੈ ਲੋਕਾਂ ਨੂੰ ਕੀਤੀ ਹੈ ਕਿ ਜਿਹੜੇ ਲੋਕ ਜਿਹੜੇ ਨੇ ਆਜ਼ਾਦ ਤਰੀਕੇ ਦੇ ਨੇ, ਜਿਨ੍ਹਾਂ ਦੀ ਅਗਵਾਈ ਵੀ ਆਜ਼ਾਦ ਲੋਕ ਕਰਦੇ ਨੇ, ਤਾਂ ਉਹੀ ਆਜ਼ਾਦ ਹੁੰਦੇ ਨੇ। ਜਿਨ੍ਹਾਂ ਨੂੰ ਕਹਿ ਸਕਦੇ ਹਾਂ ਆਦਤ ਬਣੀ ਹੋਈ ਆ ਗੁਲਾਮ ਵਿੱਚ ਰਹਿਣ ਦੀ ਹੈ ਨਾ, ਸੋ ਉਹ ਇਸ ਦੀ ਅਗਵਾਈ ਜਿਹੜੀ ਆ ਉਹ ਨਹੀਂ ਕਰ ਸਕਦੇ ਅਤੇ ਨਾ ਹੀ ਜਿਹੜਾ ਕਹਿ ਸਕਦੇ ਆ ਉਹ ਆਜ਼ਾਦ ਹੋ ਸਕਦੇ ਹੈਗੇ ਨੇ। ਇਹ ਰਾਵਲਪਿੰਡੀ ਤੋਂ ਲੈ ਕੇ ਕਸ਼ਮੀਰ ਦੀ ਜਿਹੜੀ ਯਾਤਰਾ ਦੇ ਦੌਰਾਨ ਹੋਇਆ ਸੀਗਾ। ਦੂਸਰਾ ਲੇਖ ਹੈ ਇਹਦੇ ਵਿੱਚ ਇੱਕ ਮਿੱਠੀ ਯਾਦ। ਸੋ ਇਸ ਲੇਖ ਦੇ ਵਿੱਚ ਬਲਾਸ ਸਾਹਨੀ ਨੇ ਬੰਬਈ ਦੇ ਇੱਕ ਨੌਜਵਾਨ ਦੀ ਮਕੈਨਿਕ ਦੇ ਕਿਰਦਾਰ ਉੱਪਰ ਝਾਤ ਪਾਈ ਸੀ। ਮੁੰਬਈ ਦੇ ਵਿੱਚ ਇੱਕ ਨੌਜਵਾਨ ਸੀ ਜੋ ਕਿ ਮਕੈਨਿਕ ਦਾ ਕੰਮ ਕਰਦਾ ਸੀ, ਉਹਦੇ ਕਰੈਕਟਰ ਬਾਰੇ ਹੈ ਨਾ ਕਿ ਉਹ ਕਿਹੋ ਜਿਹਾ ਸੀ, ਕਿਸ ਤਰੀਕੇ ਨਾਲ ਮਿਹਨਤ ਕਰਦਾ ਸੀ, ਉਹਦੇ ਬਾਰੇ ਜਿਹੜਾ ਹੈ ਇਸ ਪੁਸਤਕ ਦੇ ਵਿੱਚ, ਇਸ ਲੇਖ ਦੇ ਵਿੱਚ ਮਿਲਦਾ ਹੈ। ਸੋ ਇਸ ਲੇਖ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਮਜ਼ਦੂਰਾਂ ਅਤੇ ਕਾਮਿਆਂ ਦੇ ਚੰਗੇ ਪੱਖਾਂ ਨੂੰ ਬਿਆਨ ਕਰਕੇ ਕਿੱਤਾਗਤ ਅਤੇ ਭਾਵਾਂ ਦਾ ਜਿਹੜਾ ਉਹ ਇਜ਼ਹਾਰ ਕੀਤਾ ਗਿਆ ਹੈ ਕਿ ਮਜ਼ਦੂਰ ਅਤੇ ਕਾਮੇ ਜਿਹੜੇ ਹਨ ਕਿਵੇਂ ਜਿਹੜਾ ਅੰਤਕ ਚੇਤਨਾ ਦੇ ਨਾਲ ਮਿਹਨਤ ਕਰਦੇ ਹੈਗੇ ਨੇ। ਸੋ ਉਸ ਦੇ ਜਿਹੜੇ ਚੰਗੇ ਪੱਖ ਨੇ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਇਹਨਾਂ ਨੇ ਇਸ ਦੇ ਵਿੱਚ ਕੀਤੀ ਹੈ। ਤੀਸਰਾ ਲੇਖ ਇਹਨਾਂ ਦਾ ਹੈ ਕੁੱਤਿਆਂ ਦੀ ਲੜਾਈ। ਸੋ ਕੁੱਤਿਆਂ ਦੀ ਲੜਾਈ ਲੇਖ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ, ਸੰਦੇਸ਼ ਦਿੱਤਾ ਹੈ ਕਿ ਜਿਸ ਤਰ੍ਹਾਂ ਕੁੱਤਿਆਂ ਦੇ ਮਾਲਕ ਆਪਣਾ ਮਨੋਰੰਜਨ ਅਤੇ ਸਵਾਰਥ ਲਈ ਕੁੱਤਿਆਂ ਦੀਆਂ ਲੜਾਈਆਂ ਕਰਵਾਉਂਦੇ ਨੇ, ਉਸੇ ਤਰ੍ਹਾਂ ਹੀ ਸੱਤਾ ਸੰਭਾਲੀ ਬੈਠੇ ਲੋਕ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਹੈ ਉਹ ਆਪਣੇ ਮਫਾਦ ਦੇ ਲਈ, ਆਪਣੇ ਫਾਇਦੇ ਦੇ ਲਈ ਗਰੀਬ ਲੋਕਾਂ ਦੇ ਵਿੱਚ ਦੰਗੇ ਫਸਾਦ ਕਰਾਉਂਦੇ ਨੇ। ਧਰਮ ਦੇ ਆਧਾਰ ਦੇ ਉੱਪਰ, ਭਾਸ਼ਾ ਦੇ ਆਧਾਰ ਦੇ ਉੱਪਰ, ਖੇਤਰ ਦੇ ਆਧਾਰ ਦੇ ਉੱਪਰ ਉਹਨਾਂ ਨੂੰ ਲੜਾਉਂਦੇ ਹੈਗੇ ਨੇ ਅਤੇ ਕਿਸੇ ਕੁੱਤਿਆਂ ਦਾ ਜਿਹੜਾ ਕਹਿ ਸਕਦੇ ਹਨ ਜਿਵੇਂ ਲੜਾਈ ਹੁੰਦੀ ਹੈ ਉਸ ਦੇ ਨਾਲ ਮੈਚ ਕਰਦਾ ਹੈ। ਸੋ ਇਹ ਵੀ ਜਿਹੜਾ ਕਹਿ ਸਕਦੇ ਹੈਗੇ ਰਾਜਨੀਤਿਕ ਜਿਹੜੇ ਪਾਰਟੀਆਂ ਨੇ ਉਹ ਅਜਿਹਾ ਕਰਦੀਆਂ ਹੈਗੀਆਂ ਨੇ। ਚੌਥਾ ਲੇਖ ਇਹਨਾਂ ਦਾ ਕਲਾਕਾਰ ਜੰਮਦਾ ਹੈ ਜਾਂ ਬਣਦਾ ਹੈ। ਸੋ ਇਸ ਲੇਖ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈਗੀ ਹੈ ਨਾ ਦਾਰਸ਼ਨਿਕ ਜਿਹੜਾ ਹੈ ਵਿਚਾਰ ਉਹ ਪੇਸ਼ ਕੀਤਾ ਹੈ, ਫਿਲਾਸਫੀ ਨੂੰ ਪੇਸ਼ ਕੀਤਾ ਹੈ ਕਿ ਬਹੁਤੇ ਲੋਕ ਜਿਹੜੇ ਹੈ ਉਹ ਇਸੇ ਚੀਜ਼ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਆ ਕਿ ਐਗਰੀ ਨੇ ਕਿ ਜਿਹੜੀ ਕਲਾਕਾਰ ਨੇ ਉਹ ਜਨਮਜਾਤ ਹੁੰਦੇ ਨੇ, ਜਨਮ ਤੋਂ ਹੀ ਉਹ ਕਲਾਕਾਰ ਹੁੰਦੇ ਨੇ ਅਤੇ ਉਹੀ ਬੈਸਟ ਜਿਹੜਾ ਕਰ ਸਕਦੇ ਹੈਗੇ ਨੇਗੇ। ਠੀਕ ਹੈ। ਸੋ ਕੁਛ ਜਿਹੜਾ ਕਹਿ ਸਕਦੇ ਹੈਗੇ ਆ ਕਿ ਇਸ ਨੂੰ ਇਹ ਮੰਨਦੇ ਹੈਗੇ ਨੇ ਕਿ ਇਹ ਕੁਦਰਤ ਦੇ ਦੁਆਰਾ, ਪਰਮਾਤਮਾ ਦੇ ਦੁਆਰਾ ਉਹਨਾਂ ਨੂੰ ਸੌਂਪਿਆ ਗਿਆ ਜਿਹੜਾ ਹੈ ਨਾ ਗੁਣ ਹੁੰਦਾ ਹੈ। ਔਰ ਕਈ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਨਿੱਜੀ ਯਤਨਾਂ ਦੇ ਨਾਲ ਵੀ ਜਿਹੜਾ ਕਲਾਕਾਰ ਬਣ ਸਕਦੇ ਹੈਗੇ ਆ। ਸੋ ਇਸ ਪ੍ਰਤੀ ਜਿਹੜਾ ਕਹਿ ਸਕਦੇ ਹੈਗੇ ਆ ਕਿ ਜੋ ਬਲਾਸ ਸਾਹਨੀ ਸੋ ਇਸ ਚੀਜ਼ ਨੂੰ ਗਲਤ ਸਾਬਿਤ ਕਰਦੇ ਨੇ ਕਿ ਜਿਹੜਾ ਕਲਾਕਾਰ ਹੈ ਉਹ ਰੱਬੀ ਗੁਣ ਹੁੰਦਾ ਹੈ ਜਾਂ ਕਹਿ ਸਕਦੇ ਹਾਂ ਬਚਪਨ ਤੋਂ ਹੀ, ਜਨਮ ਤੋਂ ਹੀ ਕਲਾਕਾਰ ਹੁੰਦੇ ਆ। ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਸੋ ਇਹ ਚੀਜ਼ ਗਲਤ ਹੈ। ਹਰ ਇੱਕ ਵਿਅਕਤੀ ਆਪਣੇ ਨਿੱਜੀ ਯਤਨਾਂ ਦੇ ਨਾਲ ਕਿਸੇ ਵੀ ਕੰਮ ਨੂੰ ਜਿਹੜਾ ਕਰ ਸਕਦਾ ਹੈ ਜੇਕਰ ਉਸ ਦੇ ਵਿੱਚ ਉਸ ਕੰਮ ਨੂੰ ਕਰਨ ਦੀ ਸ਼ਕਤੀ ਹੈ ਅਤੇ ਉਸ ਪ੍ਰਤੀ ਉਹ ਲੋਚਾ ਜਿਹੜੀ ਹੈ ਨਾ ਰੱਖਦਾ ਹੈ। ਸੋ ਇਸ ਚੀਜ਼ ਨੂੰ ਉਹਨਾਂ ਨੇ ਨਕਾਰਿਆ ਹੈ ਇਸ ਲੇਖ ਦੇ ਵਿੱਚ ਕਿ ਕਲਾਕਾਰ ਜੰਮਦਾ ਨਹੀਂ ਬਣਦਾ ਹੁੰਦਾ ਹੈ, ਉਹ ਵੀ ਆਪਣੇ ਯਤਨਾਂ ਦੇ ਨਾਲ। ਨੈਕਸਟ ਹੈ ਮੇਰਾ ਜੀਵਨ ਦ੍ਰਿਸ਼ਟੀਕੋਣ।
ਇਸ ਲੇਖ ਦੇ ਵਿੱਚ ਇਹਨਾਂ ਨੇ ਰੱਬ ਬਾਰੇ ਦੱਸਿਆ ਹੈ ਅਤੇ ਦੱਸਿਆ ਹੈ ਕਿ ਕਿਸੇ ਰੱਬ ਦੀ ਹੋਣ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਨਹੀਂ ਹੈ। ਸੋ ਕਹਿੰਦੇ ਆ ਕਿ ਮੈਂ ਕਿਸੇ ਵੀ ਰੱਬ ਨੂੰ ਜਿਹੜਾ ਨਹੀਂ ਮੰਨਦਾ। ਸੋ ਉਹਨਾਂ ਦੀ ਪੂਜਾ ਪਾਠ ਕਰਨਾ ਜਿਹੜਾ ਹੈ ਨਾ ਉਹ ਕਹਿ ਸਕਦੇ ਹੈਗੇ ਆ ਕਿ ਉਹ ਧਰਮ ਦੇ ਠੇਕੇਦਾਰਾਂ ਵੱਲੋਂ ਕੀਤਾ ਗਿਆ ਇੱਕ ਹਾਸੋਹੀਣ ਅਤੇ ਖੋਖਲਾ ਜਿਹੜਾ ਇੱਕ ਸਾਧਨ ਹੈ, ਜਿਸ ਦੇ ਨਾਲ ਹੈ ਨਾ ਉਹ ਕਮਾਈ ਕਰਦੇ ਹੈਗੇ ਨੇਗੇ। ਬਟ ਰੱਬ ਦੇ ਵਿੱਚ ਉਹਨਾਂ ਦਾ ਜਿਹੜਾ ਖੁਦ ਦਾ ਕੋਈ ਜਿਹੜਾ ਯਕੀਨ ਹੈ, ਰੱਬ ਕਿਤੇ ਵੀ ਜਿਹੜਾ ਉਹਨਾਂ ਦੇ ਅਕੋਰਡਿੰਗ ਨਹੀਂ ਹੈਗਾ ਸੀਗਾ। ਠੀਕ ਹੈ, ਤਾਂ ਉਹ ਸੰਸਦਕ ਧਰਮਾਂ ਅਤੇ ਮਤ ਧਾਰਾਂ ਦੇ ਵਿਰੋਧੀ ਸੀਗੇ, ਯਾਨੀ ਕਿ ਇਹਨਾਂ ਸਾਰੇ ਸਿਸਟਮ ਦੇ ਵਿਰੁੱਧ ਸੀਗੇ ਜੋ ਲੋਕਾਂ ਨੂੰ ਠੱਗਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਸੀ। ਨੈਕਸਟ ਹੈ 6ਵਾਂ ਅਥਰੂ। ਇਹ ਲੇਖ ਅਜੋਕੇ ਭ੍ਰਿਸ਼ਟ ਰਾਜਨੀਤਿਕ ਨਿਜ਼ਾਮ ਦੇ ਉੱਪਰ ਜਿਹੜਾ ਹੈ ਨਾ ਵਿਅੰਗ ਕੀਤਾ ਗਿਆ ਸੀ ਕਿ ਜਿਵੇਂ ਜੋ ਭ੍ਰਿਸ਼ਟ ਰਾਜਨੀਤਿਕ ਪਾਰਟੀਆਂ ਨੇ ਹੈ ਨਾ ਕਿਵੇਂ ਲੋਕਾਂ ਨੂੰ ਜਿਹੜਾ ਠੱਗ ਰਹੀਆਂ ਨੇ, ਕਿਵੇਂ ਜਿਹੜਾ ਕਹਿ ਸਕਦੇ ਹਾਂ ਨਾ ਉਹਨਾਂ ਦਾ ਸ਼ੋਸ਼ਣ ਕਰ ਰਹੀ ਆ, ਉਸ ਬਾਰੇ ਸੀਗਾ। ਇਸ ਤੋਂ ਅੱਗੇ ਹੈ 7ਵਾਂ ਲੇਖ ਬਾਣੀ। ਸੋ ਇਸ ਦੇ ਵਿੱਚ ਇਹਨਾਂ ਨੇ ਸਿੱਖ ਗੁਰੂ ਸਾਹਿਬਾਨਾਂ ਨੇ ਭਾਰਤ ਦੇ ਗਰੀਬ ਅਤੇ ਵੰਚਿਤ ਲੋਕਾਂ ਦੇ ਲਈ ਇੱਕ ਨਵੀਂ ਵਿਚਾਰਧਾਰਾ ਜਿਹੜੀ ਦਿੱਤੀ ਸੀਗੀ, ਜਿਨ੍ਹਾਂ ਨੂੰ ਉਸਨੇ ਇਸ ਦੇ ਵਿੱਚ ਬਿਆਨ ਕੀਤਾ ਸੀ। ਅਤੇ ਉਹ ਭਗਤੀ ਨੂੰ ਕੇਵਲ ਪ੍ਰਭੂ ਦੀ ਆਰਾਧਨਾ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੁੰਦੇ। ਠੀਕ ਹੈ, ਉਹ ਸਮਾਜ ਵਿੱਚ ਇਨਕਲਾਬ ਦੀ ਇੱਕ ਲਹਿਰ ਲਿਆਉਣੀ ਚਾਹੁੰਦੇ ਸੀ, ਬਟ ਅਜਿਹਾ ਨਹੀਂ ਹੋਇਆ। ਸੋ ਉਹਨਾਂ ਨੇ ਹੈ ਨਾ ਉਹਨਾਂ ਦੀ ਜਿਹੜਾ ਕਹਿ ਸਕਦੇ ਹਾਂ ਨਾ ਸ਼ਾਸਨ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਸਭ ਕੁਝ ਫਿਰ ਜਿਹੜਾ ਵਾਪਰ ਰਿਹਾ ਹੈਗਾ। 8ਵਾਂ ਲੇਖ ਸੀਗਾ ਭਈਆ ਜੀ। ਸੋ ਭਈਆ ਜੀ ਦੇ ਵਿੱਚ ਉਹਨਾਂ ਨੇ ਇਹ ਦਰਸਾਇਆ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਪੂੰਜੀਪਤੀਆਂ ਅਜੇ ਵੀ ਭ੍ਰਿਸ਼ਟ ਰਾਜਨੇਤਾਵਾਂ ਨੇ ਸਾਰੇ ਆਰਥਿਕ ਵਸੀਲਿਆਂ ਦੇ ਉੱਪਰ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਕੋਈ ਵੀ ਦਿਆਨਤਦਾਰ ਜਾਂ ਸੰਵੇਦਨਸ਼ੀਲ ਵਿਅਕਤੀ ਚਾਹ ਕੇ ਵੀ ਕਿਸੇ ਨਿਰਧਨ ਲੋਕਾਂ ਦੀ ਸਹਾਇਤਾ ਜਿਹੜੀ ਹੈ ਉਹ ਨਹੀਂ ਕਰ ਸਕਦੀ, ਕਿਉਂਕਿ ਸਾਰੇ ਹੀ ਜਿਹੜੇ ਸੋਰਸ ਨੇ ਉਹਨਾਂ ਦੇ ਉੱਪਰ ਜਿਹੜੇ ਭ੍ਰਿਸ਼ਟ ਰਾਜਨੀਤਿਕ ਪਾਰਟੀਆਂ ਦਾ ਅਧਿਕਾਰ ਕੀਤਾ ਹੋਇਆ ਹੈ। 9ਵਾਂ ਲੇਖ ਹੈ ਇਹ ਹੈ ਫਿਲਮੀ ਦੁਨੀਆ। ਸੋ ਇਸ ਦੇ ਵਿੱਚ ਫਿਲਮ ਉਦਯੋਗ ਦੇ ਨਾਲ ਸੰਬੰਧਿਤ ਕੁਝ ਉੱਚ ਹਸਤੀਆਂ ਦੇ ਕਿਰਦਾਰ ਬਾਰੇ, ਕਰੈਕਟਰ ਬਾਰੇ ਜਿਹੜਾ ਪੇਸ਼ ਕੀਤਾ ਗਿਆ ਸੀ, ਜਾਣਕਾਰੀ ਦਿੱਤੀ ਗਈ ਸੀਗੀ। 10ਵਾਂ ਲੇਖ ਸੀ ਆਦਰਸ਼ ਭਾਰਤੀ ਤੀਵੀਂ ਮੇਰੀ ਨਜ਼ਰ ਦੇ ਵਿੱਚ। ਸੋ ਇਹਨਾਂ ਨੇ ਗੱਲ ਕੀਤੀ ਸੀਗੀ ਇਸ ਲੇਖ ਦੇ ਵਿੱਚ ਪ੍ਰਗਤੀਸ਼ੀਲ ਚੇਤਨਾ ਦੀ, ਯਾਨੀ ਪ੍ਰਗਤੀਸ਼ੀਲ ਜਿਹੜੀ ਚੇਤਨਾ ਸੀ ਨਾ ਉਸ ਬਾਰੇ ਜਿਹੜਾ ਨੇ ਗੱਲ ਕੀਤੀ ਸੀ, ਜੋ ਕਿ ਇੱਕ ਹੋਰ ਉੱਤਮ ਨਮੂਨਾ ਸੀਗਾ ਪ੍ਰਗਤੀਸ਼ੀਲ ਦਾ। ਸੋ ਇਹਨਾਂ ਦੇ ਵਿੱਚ ਗੱਲ ਕੀਤੀ ਕਿ ਇਸਤਰੀ ਦੀ ਉਪਮਾ ਜਿਹੜੀ ਤੁਲਨਾ ਜਿਹੜੀ ਹੈ ਉਹ ਇੱਕ ਕੁੱਕੜ ਦੇ ਨਾਲ ਕੀਤੀ ਸੀਗੀ। ਸੋ ਕਿਸ ਤਰੀਕੇ ਨਾਲ ਕਿ ਜਿਵੇਂ ਮੀਟ ਖਾਣ ਦੇ ਸ਼ੌਕੀਨ ਜਿਹੜੇ ਆ ਉਹ ਲੋਕਾਂ ਲਈ ਉਹੀ ਕੁੱਕੜ ਵਧੀਆ ਹੁੰਦਾ ਹੈ ਜਿਸ ਨੂੰ ਖਾ ਕੇ ਉਹ ਬਹੁਤਾ ਸਵਾਦ ਜਿਹੜਾ ਉਹਨਾਂ ਨੂੰ ਆਉਂਦਾ ਹੈ, ਉਸੇ ਤਰੀਕੇ ਦੇ ਨਾਲ ਜਿਹੜੀ ਇਸਤਰੀ ਹੈ ਨਾ ਸੋ ਉਸ ਦੀ ਵੀ ਇਹਨਾਂ ਨੇ ਉਸੇ ਤਰੀਕੇ ਨਾਲ ਤੁਲਨਾ ਕੀਤੀ ਹੈ ਕਿ ਪੁਰਸ਼ ਦੀ ਨਜ਼ਰ ਵਿੱਚ ਉਹੀ ਇਸਤਰੀ ਚੰਗੀ ਹੈ ਜੋ ਉਪਭੋਗ ਦੀ ਉੱਤਮ ਵਸਤੂ ਸਿੱਧ ਹੋਵੇ, ਯਾਨੀ ਕਿ ਉਹਦੇ ਲਈ ਬੈਸਟ ਰਹੇ। ਸੋ ਉਸੇ ਨੂੰ ਹੀ ਵਧੀਆ ਸਮਝਦੇ ਹੈ। ਸੋ ਇਸੇ ਤਰੀਕੇ ਦੇ ਨਾਲ ਜਿਵੇਂ ਕੁੱਕੜ ਨੂੰ ਜਿਹੜਾ ਲੋਕ ਪਸੰਦ ਕਰਦੇ ਹੈਗੇ ਨੇ। ਸੋ ਇਸ ਲੇਖਕ ਦੇ ਅਨੁਸਾਰ ਔਰਤ ਨੂੰ ਚਾਹੀਦਾ ਹੈ ਕਿ ਉਹ ਜੀਵਨ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲੇ ਅਤੇ ਵਸਤੂ ਦੀ ਬਜਾਏ ਇੱਕ ਵਿਅਕਤੀ ਬਣ ਕੇ ਜਿਹੜਾ ਜੀਏ। ਸੋ ਇਸ ਦੇ ਉੱਪਰ ਉਹਨਾਂ ਨੇ ਚਰਚਾ ਕੀਤੀ ਸੀ। ਨੈਕਸਟ 11ਵਾਂ ਲੇਖ ਇਹਨਾਂ ਦਾ। 11ਵੇਂ ਲੇਖ ਦੇ ਵਿੱਚ ਪਹਿਲੀ ਸ਼ੂਟਿੰਗ ਦੀ ਜਿਹੜੀ ਕਹਿ ਸਕਦੇ ਹਾਂ ਨਾ ਨਾਮ ਸੀ ਇਸਦਾ। ਇਸ ਲੇਖ ਦੇ ਵਿੱਚ ਲੇਖਕ ਕਾਰਦਾਰ ਵਿੱਚ ਹੋਈ ਆਪਣੇ ਫਿਲਮੀ ਕੈਰੀਅਰ ਦੀ ਜਿਹੜੀ ਪ੍ਰਥਮ ਸ਼ੂਟਿੰਗ ਬਾਰੇ ਆਪਣੀਆਂ ਯਾਦਾਂ ਨੂੰ ਜਿਹੜਾ ਹੈ ਉਹ ਬਿਆਨ ਕਰਦਾ ਹੈ। 12ਵਾਂ ਲੇਖ ਹੈ ਮੈਂ ਜਲਦੀ ਹਵਾਈ ਜਹਾਜ਼ਾਂ ਦੀ ਦੀਵਾਲੀ ਦੇਖੀ। ਸੋ ਇਸ ਲੇਖ ਦੇ ਵਿੱਚ ਉਹਨਾਂ ਨੇ 1939 ਤੋਂ 40 ਦੇ ਵਿੱਚ ਛਿੜੇ ਦੂਜੇ ਵਿਸ਼ਵ ਯੁੱਧਾਂ ਸੰਬੰਧੀ ਆਪਣੀਆਂ ਯਾਦਾਂ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਲੋਕ ਜਿਹੜੇ ਆ ਨਾ ਦੂਜੇ ਵਿਸ਼ਵ ਯੁੱਧ ਦੇ ਵਿੱਚ ਮਾਰੇ ਗਏ ਸੀਗੇ 1939 ਤੋਂ ਲੈ ਕੇ 1940 ਦੇ ਵਿੱਚ, ਉਸ ਬਾਰੇ ਜ਼ਿਕਰ ਕੀਤਾ ਹੈ। 13ਵਾਂ ਲੇਖ ਸੀਗਾ ਕਾਮੇ। ਸੋ ਕਾਮੇ ਲੇਖ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ 3-4 ਪਾਤਰਾਂ ਨਾਲ ਸੰਬੰਧਿਤ ਜਿਹੜਾ ਕਹਿ ਸਕਦੇ ਹਾਂ ਨਾ ਇੰਟਰੋਡਿਊਸ ਕਰਵਾਇਆ ਹੈ। ਸੋ ਇਸ ਲੇਖ ਦੇ ਵਿੱਚ ਉਹਨਾਂ ਨੇ ਮੁਸ਼ਕਲ ਸਮੇਂ ਦੇ ਦੌਰਾਨ ਭਾਰਤੀ ਕਾਮਿਆਂ ਦੁਆਰਾ ਅੰਗਰੇਜ਼ਾਂ ਦੀ ਸਹਾਇਤਾ ਸੰਬੰਧੀ ਆਪਣੀਆਂ ਯਾਦਾਂ ਨੂੰ ਜਿਹੜਾ ਬਿਆਨ ਕੀਤਾ ਹੈ, ਯਾਨੀ ਕਿ ਮੁਸ਼ਕਲ ਸਮੇਂ ਦੇ ਵਿੱਚ ਵੀ ਭਾਰਤੀ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੇ ਜਿਹੜਾ ਕਹਿ ਸਕਦੇ ਹੈਗੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ। ਸੋ ਇਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਹੈ। ਨੈਕਸਟ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ, ਕਾਫੀ ਫੇਮਸ ਹੈ। ਸੋ ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ 1969 ਵਿੱਚ ਲਿਖੇ ਗਏ ਇਸ ਸਫ਼ਰਨਾਮੇ ਦੇ ਵਿੱਚ ਉਸਨੇ 15-16 ਦਿਨਾਂ ਦੀ ਇੱਕ ਯਾਤਰਾ ਦਾ ਜਿਹੜਾ ਬਿਆਨ ਕੀਤਾ ਸੀਗਾ ਜਾਂ ਬਿਰਤਾਂਤ ਜਿਹੜਾ ਉਸ ਨੂੰ ਪੇਸ਼ ਕੀਤਾ ਸੀ। 1969 ਦੇ ਵਿੱਚ ਇਹ ਯਾਤਰਾ ਕੀਤੀ ਗਈ ਸੀਗੀ। ਠੀਕ ਹੈ, ਸੋ ਇਹ ਯਾਤਰਾ ਜਿਹੜੀ ਸੀ ਉਸਨੇ 9 ਅਕਤੂਬਰ 1962 ਨੂੰ ਦਿੱਲੀ ਤੋਂ ਸ਼ੁਰੂ ਕੀਤੀ ਸੀਗੀ ਅਤੇ ਇਸ ਲੇਖਕ ਨੇ ਸਮੁੱਚੀ ਯਾਤਰਾ ਦਾ ਜਿਹੜਾ ਬਿਰਤਾਂਤ ਸੀ ਉਹ 15 ਖੰਡਾਂ ਦੇ ਵਿੱਚ ਬਿਆਨ ਕੀਤਾ ਸੀਗਾ। ਓਕੇ, ਸੋ ਇਸ ਦੇ ਵਿੱਚ ਪਹਿਲਾ ਖੰਡ ਸੀ ਜਿਹੜਾ ਉਹ ਦਿੱਲੀ ਤੋਂ ਲਾਹੌਰ ਦਾ ਸੀਗਾ। 15 ਖੰਡ ਸੀ ਟੋਟਲ, ਧਿਆਨ ਰੱਖਣਾ। 1969 ਦੇ ਵਿੱਚ ਉਹਨਾਂ ਨੇ ਸਫ਼ਰਨਾਮਾ ਲਿਖਿਆ ਸੀਗਾ, ਬਿਰਤਾਂਤ ਕੀਤਾ ਸੀ, ਬਟ ਇਹ ਯਾਤਰਾ 9 ਅਕਤੂਬਰ 1962 ਨੂੰ ਸ਼ੁਰੂ ਹੋਈ ਸੀਗੀ ਦਿੱਲੀ ਤੋਂ। ਓਕੇ, ਪਹਿਲਾ ਖੰਡ ਜਿਸ ਦੇ ਵਿੱਚ ਦਿੱਲੀ ਤੋਂ ਲਾਹੌਰ ਦਾ ਸਫ਼ਰ ਜਿਹੜਾ ਵਰਣਨ ਕੀਤਾ ਗਿਆ। ਦੂਜਾ ਖੰਡ ਜਿਸ ਦੇ ਵਿੱਚ ਲਾਹੌਰ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ। ਤੀਸਰਾ ਖੰਡ ਸੀਗਾ ਜਿਸ ਦੇ ਵਿੱਚ ਇਹਨਾਂ ਨੇ ਲਾਹੌਰ ਤੋਂ ਮਗਿਆਣਾ ਤੱਕ ਦਾ ਜਿਹੜਾ ਸਫ਼ਰ ਸੀਗਾ ਉਸ ਨੂੰ ਬਿਆਨ ਕੀਤਾ ਸੀਗਾ। ਅਤੇ ਚੌਥਾ ਖੰਡ ਜਿਸ ਦੇ ਵਿੱਚ ਲਾਇਲਪੁਰ ਤੋਂ ਲੈ ਕੇ ਝੰਗ ਤੱਕ ਦਾ ਜਿਹੜਾ ਹੈ ਨਾ ਕਹਿ ਸਕਦੇ ਹਾਂ ਦ੍ਰਿਸ਼ ਸੀਗਾ ਉਸ ਨੂੰ ਪੇਸ਼ ਕੀਤਾ। ਅਤੇ ਪੰਜਵਾਂ ਸੀਗਾ ਮਗਿਆਣਾ ਤੱਕ ਦਾ, ਯਾਨੀ ਕਿ ਮਗਿਆਣੇ ਦਾ ਜਿਹੜਾ ਵਰਣਨ ਕੀਤਾ ਗਿਆ। ਛੇਵਾਂ ਸੀਗਾ
ਮਗਿਆਣੇ ਤੇ ਹੋਰ ਸਮਾਚਾਰ ਜਿਹੜੇ ਕਹਿ ਸਕਦੇ ਹਾਂ ਉਸ ਖੇਤਰ ਦੇ। ਇਸ ਤੋਂ ਇਲਾਵਾ 7ਵਾਂ ਖੰਡ ਸੀ ਮਗਿਆਣਾ ਤੋਂ ਝੰਗ ਤੱਕ ਦਾ ਜਿਹੜਾ ਖੇਤਰ ਸੀਗਾ। ਅਤੇ 8ਵਾਂ ਸੀਗਾ ਝੰਗ ਮਗਿਆਣੇ ਦੇ ਕਵੀ ਅਤੇ ਕਲਾਕਾਰਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ। 9ਵੇਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸਰਗੋਦਾ ਅਤੇ ਭੇਰਾ ਦੀ ਜਿਹੜੀ ਜਾਣਕਾਰੀ ਦਿੱਤੀ। 10ਵੇਂ ਖੰਡ ਦੇ ਵਿੱਚ ਇਹਨਾਂ ਨੇ ਭੇਰੇ ਤੋਂ ਵਾਪਸੀ ਕੀਤੀ ਅਤੇ 11ਵੇਂ ਖੰਡ ਦੇ ਵਿੱਚ ਲਾਲਾ ਮੂਸੀ ਤੋਂ ਪਿੰਡੀ ਤੱਕ ਆ ਗਏ, ਰਾਵਲਪਿੰਡੀ ਤੱਕ। ਅਤੇ 12ਵਾਂ ਖੰਡ ਸੀਗਾ ਰਾਵਲਪਿੰਡੀ ਦੀ ਸੈਰ ਕੀਤੀ ਇਹਨਾਂ ਨੇ। ਅਤੇ 13ਵੇਂ ਖੰਡ ਦੇ ਵਿੱਚ ਪੁਰਾਣੇ ਘਰ ਦੀ ਯਾਤਰਾ ਕੀਤੀ ਜੋ ਪਾਕਿਸਤਾਨ ਦੇ ਵਿੱਚ ਸੀਗਾ। ਅਤੇ 14ਵੇਂ ਖੰਡ ਦੇ ਵਿੱਚ ਇਹਨੇ ਚਕਲਾਲਾ ਤੋਂ ਲਾਹੌਰ ਤੱਕ। ਅਤੇ 15ਵੇਂ ਖੰਡ ਦੇ ਵਿੱਚ ਜਨਮ ਭੂਮੀ ਨੂੰ ਅਲਵਿਦਾ ਜਿਹੜਾ ਕਹਿ ਦਿੱਤਾ ਸੀਗਾ, ਯਾਨੀ ਕਿ ਵਾਪਸ ਭਾਰਤ ਦੇ ਵਿੱਚ ਜਿਹੜਾ ਉਹ ਆ ਗਏ ਸੀਗੇ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਇਸ ਦੇ ਵਿੱਚ ਪੂਰਾ ਜਿਹੜਾ 15-16 ਦਿਨਾਂ ਦੀ ਜਿਹੜੀ ਯਾਤਰਾ ਸੀ ਉਸ ਨੂੰ ਬਿਆਨ ਕੀਤਾ ਸੀਗਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਦੇ ਵਿੱਚ। ਸੋ ਬਲਰਾਜ ਸਾਹਨੀ ਨੇ ਪਾਕਿਸਤਾਨੀ ਸਫ਼ਰਨਾਮੇ ਦੇ ਵਿੱਚ ਪੰਜਾਬੀ ਦੀ ਸਾਂਝੀ ਤਹਿਜ਼ੀਬ ਅਤੇ ਸੱਭਿਆਚਾਰ ਨੂੰ ਜਿਹੜਾ ਮੁੱਖ ਮੁੱਦਾ ਰੱਖਿਆ ਸੀਗਾ। ਸੱਭਿਆਚਾਰ ਦੀ ਗੱਲ ਕੀਤੀ ਸੀਗੀ ਅਤੇ ਸਾਂਝੀਵਾਲਤਾ ਸੀਗੀ ਉਸ ਨੂੰ ਵੀ ਪੇਸ਼ ਕੀਤਾ ਸੀਗਾ। ਉਸ ਨੂੰ ਇਸ ਗੱਲ ਦਾ ਵੀ ਡਾਢਾ ਜਿਹੜਾ ਰੰਜ ਸੀਗਾ, ਦੁੱਖ ਸੀਗਾ ਕਿ ਹਿੰਦੁਸਤਾਨ ਜਾਂ ਪਾਕਿਸਤਾਨ ਦੇ ਕਿਸੇ ਵੀ ਨੇਤਾ, ਵਿਦਵਾਨ ਜਾਂ ਧਾਰਮਿਕ ਆਗੂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸਾਂਝੇ ਵਿਰਸੇ ਦਾ ਪਾਠ ਨਹੀਂ ਪੜ੍ਹਾਇਆ, ਬਲਕਿ ਆਪਣੇ ਸੌੜੇ ਸਵਾਰਥਾਂ ਦੀ ਪੂਰਤੀ ਦੇ ਲਈ ਉਹ ਧਰਮਾਂ ਦੇ ਉਦੇਸ਼ਾਂ ਦੇ ਨਾਮ 'ਤੇ ਲੋਕਾਂ ਦੇ ਵਿੱਚ ਹਮੇਸ਼ਾ ਤੋਂ ਪਾੜ ਪਾਉਂਦੇ ਆ ਰਹੇ ਹੈਗੇ ਨੇ। ਉਹਨਾਂ ਨੂੰ ਕਦੇ ਵੀ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਆ ਉਹ ਨਹੀਂ ਦਿੱਤਾ ਸੀਗਾ। ਨੈਕਸਟ ਹੈ ਮੇਰਾ ਰੂਸੀ ਸਫ਼ਰਨਾਮਾ। ਇੱਕ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ, ਦੂਸਰਾ ਹੈ ਮੇਰਾ ਰੂਸੀ ਸਫ਼ਰਨਾਮਾ। ਸੋ ਇਹ ਕਾਫੀ ਫੇਮਸ ਸੀਗਾ, ਜਿਨ੍ਹਾਂ ਨੂੰ ਹੁਣ ਅਵਾਰਡ ਵੀ ਜਿਹੜਾ ਦਿੱਤਾ ਗਿਆ ਸੀਗਾ। ਸੋ ਇਹ ਪੁਸਤਕ ਜਿਹੜੀ ਸੀਗੀ ਇਹ ਬਲਰਾਜ ਸਾਹਨੀ ਨੇ 1964 ਦੇ ਵਿੱਚ ਇਸ ਦੀ ਰਚਨਾ ਕੀਤੀ ਸੀ, ਜੋ ਕਿ ਆਪਣੀ 1964 ਦੇ ਵਿੱਚ ਉਹਨਾਂ ਦੀ ਆਪਣੀ ਰੂਸ ਦੀ ਜਿਹੜੀ ਸਮਾਚਾਰ ਅੰਕਤ ਸੀਗੇ ਸੋ ਉਸ ਨੂੰ ਵਰਣਨ ਕੀਤਾ ਸੀਗਾ। ਸੋ ਇਹ ਸਫ਼ਰਨਾਮਾ ਜਿਹੜਾ ਹੈ 1967 ਦੇ ਵਿੱਚ ਲਿਖਿਆ ਗਿਆ ਸੀ ਅਤੇ 1964 ਦੇ ਵਿੱਚ ਇਸ ਦੀ ਜਿਹੜੀ ਯਾਤਰਾ ਰਹੀ ਸੀਗੀ ਰੂਸ ਦੇ ਵਿੱਚ। ਸੋ ਇਹ 3 ਹਫ਼ਤਿਆਂ ਦੀ ਯਾਤਰਾ ਸੀ। ਯਾਤਰਾ ਨੂੰ ਹਿੰਦ ਸੋਵੀਅਤ ਕਲਚਰ ਸੁਸਾਇਟੀ ਦੇ ਵੱਲੋਂ ਸਪਾਂਸਰ ਜਿਹੜਾ ਹੈ ਇਸ ਨੂੰ ਕੀਤਾ ਗਿਆ ਸੀਗਾ, ਜਿਹਨੂੰ ਇਸਕਸ ਕਿਹਾ ਜਾਂਦਾ ਹੈ। ਠੀਕ ਹੈ, ਹਿੰਦ ਸਵੋਤੀਅਮ ਕਲਚਰ ਸੁਸਾਇਟੀ ਇਸ ਵੱਲੋਂ ਇਸ ਨੂੰ ਜਿਹੜਾ ਹੈ ਸਪਾਂਸਰ ਕੀਤਾ ਗਿਆ ਸੀ, ਜੋ ਕਿ 3 ਹਫ਼ਤਿਆਂ ਦੀ ਇੱਕ ਯਾਤਰਾ ਸੀਗੀ। ਇਸ ਸਫ਼ਰਨਾਮੇ ਦੇ ਵਿੱਚ ਉਸਨੇ ਸੱਭਿਆਚਾਰ, ਕੰਮ ਧੰਦੇ, ਆਵਾਜਾਈ ਦੇ ਸਾਧਨਾਂ, ਮਾਸਕੋ ਯੂਨੀਵਰਸਿਟੀ, ਰੂਸ ਦੇ ਮਹਾਨ ਗਲਪਕਾਰ ਟਾਲਸਟਾਏ ਅਤੇ ਉਸ ਦੇ ਘਰ ਅਤੇ ਉੱਥੋਂ ਦੀ ਰਾਜਨੀਤਿਕ ਸੰਸਥਾ, ਗ੍ਰਾਮ ਪੰਚਾਇਤ, ਫਿਲਮ ਅਭਿਨੇਤਾ, ਚਰਖਾ ਚਾਕ ਸਾਹਿਬ ਅਤੇ ਰੂਸੀ ਸਾਹਿਤ ਅਤੇ ਕਲਾਵਾਂ ਬਾਰੇ ਜਿਹੜੀ ਬੜੀ ਮਹੱਤਵਪੂਰਨ ਜਾਣਕਾਰੀ ਹੈ ਇਸ ਸਫ਼ਰਨਾਮੇ ਦੇ ਵਿੱਚ ਉਹਨਾਂ ਨੇ ਦਿੱਤੀ ਸੀਗੀ। ਇਸ ਤੋਂ ਅੱਗੇ ਹੈ ਗੈਰ ਜਜ਼ਬਾਤੀ ਡਾਇਰੀ। ਸੋ ਇਸ ਦੇ ਵਿੱਚ ਉਹਨਾਂ ਨੇ ਕੁੱਲ 14 ਲੇਖ ਜਿਹੜੇ ਆ ਉਹ ਸੰਗ੍ਰਹਿਤ ਕੀਤੇ ਸੀਗੇ। ਔਰ ਇਹਨਾਂ ਲੇਖਾਂ ਦੀ ਰਚਨਾ ਅਤੇ ਬਲਰਾਜ ਸਾਹਨੀ ਦਾ ਮੁੱਖ ਉਦੇਸ਼ ਪਾਠਕਾਂ ਨੂੰ ਆਪਣੇ ਜੀਵਨ ਦੀਆਂ ਘਟਨਾਵਾਂ ਦੇ ਨਾਲ ਜੋੜ ਕੇ ਆਪਣੇ ਕਰੀਬ ਲਿਆਉਣ ਦੀ ਜਿਹੜੀ ਇੱਕ ਭੂਮਿਕਾ ਉਹ ਨਿਭਾਈ ਸੀਗੀ। ਇਸ ਵਿਚਲੇ ਲੇਖਾਂ ਦਾ ਸੰਖੇਪ ਵਰਮਾ ਹੇਠ ਲਿਖੇ ਅਨੁਸਾਰ ਹੈ, ਜਿਵੇਂ ਕਿ ਇੱਕ ਮਿੱਠੀ ਯਾਦ, ਸੋ ਇਹ ਵੀ ਉਸ ਦੇ ਵਿੱਚ ਆ ਜਾਂਦਾ ਹੈ। ਇਸ ਲੇਖ ਦੇ ਵਿੱਚ ਇੱਕ ਮੋਟਰ ਮਕੈਨਿਕ ਮੁੰਡੇ ਨਾਲ ਜੁੜੀ ਆਪਣੀ ਨਿੱਘੀ ਯਾਦ ਦਾ ਜਿਹੜਾ ਵੇਰਵਾ ਉਹ ਪੇਸ਼ ਕੀਤਾ ਸੀਗਾ। ਲੇਖ ਵਿੱਚ ਮਜ਼ਦੂਰਾਂ ਅਤੇ ਕਾਮਿਆਂ ਦੇ ਚੰਗੇ ਪੱਖਾਂ ਨੂੰ ਜਿਹੜਾ ਬਿਆਨ ਕਰਕੇ ਉਸ ਨੂੰ ਪੇਸ਼ ਕੀਤਾ ਹੈ। ਦੂਸਰੀ ਰਚਨਾ ਸੀ ਦਿਲ ਮਤਲਬ ਕਲਸ਼। ਸੋ ਇਸ ਦੇ ਵਿੱਚ ਉਹਨਾਂ ਨੇ ਇੱਕ ਟੈਕਸੀ ਚਾਲਕ ਦੇ ਜਿਹੜਾ ਚਿਤਰਨ ਸੀਗਾ ਉਸ ਨੂੰ ਪੇਸ਼ ਕੀਤਾ ਸੀ, ਜੋ ਟੈਕਸੀ ਚਲਾਉਂਦਾ ਸੀਗਾ, ਉਹਦੇ ਬਾਰੇ ਵਰਣਨ ਕੀਤਾ ਹੈ। ਠੀਕ ਹੈ, ਉਸ ਦਾ ਜਿਹੜਾ ਕਰੈਕਟਰ ਸੀ। ਤੀਸਰੀ ਹੈ ਅਥਰੂ। ਸੋ ਇਹ ਗੈਰ ਜਜ਼ਬਾਤੀ ਡਾਇਰੀ ਦੇ ਵਿੱਚ ਮਿਲਦੇ ਨੇ। ਸੋ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ, ਬਟ ਇਹ ਗੈਰ ਜਜ਼ਬਾਤੀ ਡਾਇਰੀ ਦੇ ਵਿੱਚ ਵੀ ਮੌਜੂਦ ਹੈਗੇ ਨੇ। ਠੀਕ ਹੈ, ਸੋ ਇਸ ਦੇ ਵਿੱਚ ਉਹਨਾਂ ਨੇ ਅਜੋਕੇ ਭ੍ਰਿਸ਼ਟ ਰਾਜਨੀਤਿਕ ਨਿਜ਼ਾਮ ਦੀ ਜਿਹੜੀ ਗੱਲ ਕੀਤੀ ਉਸ ਦੇ ਉੱਪਰ ਜਿਹੜਾ ਵਿਅੰਗ ਆ ਉਹ ਕੱਸਿਆ ਸੀ। ਚੌਥਾ ਲੇਖ ਸੀਗਾ ਜ਼ਮੀਰ। ਸੋ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੈਸਾ ਕਮਾ ਕੇ ਸਫਲ ਆਦਮੀ ਬਣਨ ਨਾਲੋਂ ਜੀਵਨ ਵਿੱਚ ਲੋਕ ਸੇਵਾ ਦੇ ਕਾਰਜ ਅਤਿਅੰਤ ਸੁਖਦਾਈ ਅਤੇ ਚੰਗੇ ਹੁੰਦੇ ਹੈਗੇ ਨੇ, ਪਰ ਮੱਧ ਸ਼੍ਰੇਣੀ ਦਾ ਕੋਈ ਵੀ ਵਿਅਕਤੀ ਇਹਨਾਂ ਕਾਰਜਾਂ ਨੂੰ ਕਰਨ ਦੇ ਲਈ ਤਿਆਰ ਜਿਹੜਾ ਨਹੀਂ ਹੁੰਦਾ। ਠੀਕ ਹੈ, ਯਾਨੀ ਕਿ ਉਹ ਕਹਿੰਦਾ ਪੈਸਾ ਕਮਾਉਣਾ ਹੀ ਸਭ ਕੁਛ ਨਹੀਂ ਹੈ, ਕੁਛ ਕੰਮ ਜਿਹੜੇ ਨੇਗੇ ਉਹ ਬਿਨਾਂ ਪੈਸਿਆਂ ਤੋਂ ਵੀ ਕਰਨੇ ਚਾਹੀਦੇ ਨੇ, ਜੋ ਕਿ ਮਨੁੱਖ ਦੇ ਲਈ ਜਿਹੜਾ ਕਹਿੰਦੇ ਆ ਸੇਵਾ ਕਰਕੇ ਉਸਨੂੰ ਉਸਦੇ ਜੀਵਨ ਨੂੰ ਅਤਿਅੰਤ ਜਿਹੜਾ ਸੁਖੀਅੰਤ ਬਣਾ ਸਕਦੇ ਹੈਗੇ ਨੇ, ਸੁਖਦਾਇਕ ਬਣਾ ਸਕਦੇ ਨੇ। ਬਟ ਮੱਧ ਸ਼੍ਰੇਣੀ ਜਿਹੜੀ ਹੈ ਉਸ ਦੇ ਲਈ ਐਗਰੀ ਨਹੀਂ ਹੁੰਦੀ। ਅਸਲ ਵਿੱਚ ਲਾਲਚ ਇਨਸਾਨ ਨੂੰ ਜਿਹੜਾ ਹੈ ਕਾਇਰ ਅਤੇ ਜਿਹੜਾ ਕਮੀਨਾ ਬਣਾ ਦਿੰਦਾ ਹੈਗਾ ਗਾ। ਨੈਕਸਟ ਹੈ 5ਵਾਂ ਹਨੇਰੀ ਗੁਫਾ। ਸੋ ਇਸ ਲੇਖ ਦੇ ਵਿੱਚ ਮੁੰਬਈ ਸ਼ਹਿਰ ਤੋਂ ਥੋੜ੍ਹੀ ਦੂਰ ਰਮਨੀਕ ਪਹਾੜੀਆਂ ਵਿੱਚ ਬਣੀਆਂ ਕੁਝ ਗੁਫਾਵਾਂ ਦਾ ਜਿਹੜਾ ਜ਼ਿਕਰ ਮਿਲਦਾ ਹੈ। ਸੋ ਹਨੇਰੀ ਗੁਫਾ ਹੈ, ਧਿਆਨ ਰੱਖਣਾ। ਠੀਕ ਹੈ, ਸੋ ਇਸ ਲੇਖਕ ਅਨੁਸਾਰ ਇਹ ਗੁਫਾਵਾਂ ਅਜੰਤਾ ਅਲੋਰਾ ਤੋਂ ਵੀ ਜਿਹੜੀਆਂ ਪੁਰਾਣੀਆਂ ਮੰਨੀਆਂ ਜਾਂਦੀਆਂ ਨੇ। ਇਹ ਮੁੰਬਈ ਸ਼ਹਿਰ ਤੋਂ ਥੋੜ੍ਹੀ ਦੂਰ ਦੇ ਉੱਪਰ ਸਥਿਤ ਹੈਗੀਆਂ ਨੇਗੀਆਂ। ਸੋ ਵੀ ਇੱਕ ਇਤਿਹਾਸਕ ਗੁਫਾਵਾਂ ਨੇ, ਉਹਨਾਂ ਦਾ ਜ਼ਿਕਰ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। 6ਵਾਂ ਲੇਖ ਆ ਜਾਂਦਾ ਇਸ ਦੇ ਵਿੱਚ ਟੈਲੀਫੋਨ ਵਾਲਾ। ਸੋ ਟੈਲੀਫੋਨ ਵਾਲਾ ਲੇਖ ਦੇ ਵਿੱਚ ਇਹਨਾਂ ਨੇ ਟੈਲੀਫੋਨ ਦੀਆਂ ਟੁੱਟੀਆਂ ਤਾਰਾਂ ਦੀ ਮੁਰੰਮਤ ਕਰਨ ਵਾਲੇ ਇੱਕ ਸਧਾਰਨ ਕਾਮੇ ਦਾ ਜਿਹੜਾ ਕਿਰਦਾਰ ਹੈ ਉਸ ਨੂੰ ਪੇਸ਼ ਕੀਤਾ ਹੈ, ਜੋ ਟੈਲੀਫੋਨ ਦੀ ਤਾਰ ਨੂੰ ਠੀਕ ਕਰਨ ਦੇ ਲਈ ਆਇਆ ਹੁੰਦਾ ਹੈ। ਨੈਕਸਟ ਹੈ 7ਵਾਂ ਲੇਖ ਕਾਮੇ। ਇਸ ਲੇਖ ਦੇ ਵਿੱਚ ਮੁਸ਼ਕਲ ਸਮੇਂ
ਦੌਰਾਨ ਭਾਰਤੀ ਕਾਮਿਆਂ ਦੁਆਰਾ ਅੰਗਰੇਜ਼ਾਂ ਦੀ ਜਿਹੜੀ ਸਹਾਇਤਾ ਸੰਬੰਧੀ ਹੈ ਨਾ ਆਪਣੀ ਭੂਮਿਕਾ ਨਿਭਾਈ ਹੈ। ਸੋ ਉਹਨਾਂ ਯਾਦਾਂ ਨੂੰ ਜਿਹੜਾ ਹੈ ਇਸ ਦੇ ਵਿੱਚ ਵਰਣਨ ਕੀਤਾ ਹੈ। 8ਵਾਂ ਲੇਖ ਹੈ ਰੱਖੜੀ। ਸੋ ਇਸ ਦੇ ਵਿੱਚ ਉਹਨਾਂ ਨੇ ਬਲਰਾਜ ਸਾਹਨੀ ਨੇ ਸੀਤਾ ਨਾਮ ਦੀ ਗਰੀਬ ਮਰਾਠਣ ਦੇ ਕਿਰਦਾਰ ਨੂੰ ਜਿਹੜਾ ਪੇਸ਼ ਕੀਤਾ ਹੈ, ਜੋ ਕਿ ਇੱਕ ਪੰਜਾਬੀ ਮੁੰਡੇ ਦੇ ਨਾਲ ਨੱਠ ਕੇ ਪੂਨੇ ਤੋਂ ਮੁੰਬਈ ਆ ਜਾਂਦੀ ਹੈਗੀ। ਠੀਕ ਹੈ, ਸੀਤਾ ਨਾਮ ਸੀਗਾ, ਇਸ ਦੇ ਵਿੱਚ ਇਹ ਯਾਦ ਰੱਖਣਾ, ਅਤੇ ਪੰਜਾਬੀ ਮੁੰਡੇ ਦੇ ਨਾਲ ਜਿਹੜਾ ਹੈ ਨਾ ਨੱਠ ਕੇ ਆਉਂਦੀ ਹੈਗੀ। 9ਵਾਂ ਹੈ ਨਿਰਾਲਾ ਜਲੂਸ। ਸੋ ਨਿਰਾਲਾ ਜਲੂਸ ਲੇਖ ਦੇ ਵਿੱਚ ਇਹਨਾਂ ਨੇ 9 ਜੁਲਾਈ 1967 ਨੂੰ ਅਰਬ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਸਮਰਥਨ ਵਿੱਚ ਕੱਢੇ ਗਏ ਇੱਕ ਜਲੂਸ ਦਾ ਡਾਇਰੀਨਾਮਾ ਬਿਰਤਾਂਤ ਜਿਹੜਾ ਹੈ ਉਹ ਪੇਸ਼ ਕੀਤਾ ਸੀ। 9 ਜੁਲਾਈ 1967 ਨੂੰ ਅਰਬ ਦੇਸ਼ਾਂ ਦੇ ਵਿੱਚ ਇੱਕ ਜਲੂਸ ਕੱਢਿਆ ਗਿਆ ਸੀ, ਉਸ ਨੂੰ ਜਿਹੜਾ ਹੈ ਇਸ ਦੇ ਵਿੱਚ ਬਿਰਤਾਂਤ ਕੀਤਾ ਗਿਆ ਹੈਗਾ। ਨੈਕਸਟ ਹੈ 10ਵਾਂ ਲੇਖ ਇੱਕ ਕੁੜੀ ਦੀ ਲਾਸ਼। ਇਸ ਲੇਖ ਦੇ ਵਿੱਚ ਸਮੁੰਦਰ ਕਿਨਾਰੇ ਪਈ ਇੱਕ ਮੁਟਿਆਰ ਦੀ ਲਾਸ਼ ਦਾ ਜਿਹੜਾ ਵਰਣਨ ਕੀਤਾ ਗਿਆ ਹੈ ਕਿ ਕਿਵੇਂ ਹੈ ਨਾ ਉਸ 'ਤੇ ਆਈ ਹੈ, ਕਿਵੇਂ ਉਸ ਨੂੰ ਜਿਹੜਾ ਹੈ ਨਾ ਸਮੁੰਦਰ ਦੇ ਵਿੱਚ ਸੁੱਟਿਆ ਗਿਆ ਹੈ। ਸੋ ਸਾਰੀ ਕਹਾਣੀ ਜਿਹੜੀ ਹੈ ਉਹ ਇਸ ਦੇ ਵਿੱਚ ਪੇਸ਼ ਕੀਤੀ ਹੈ। ਨੈਕਸਟ ਹੈ 11ਵਾਂ ਗੁਰਬਾਣੀ। ਸੋ ਇਸ ਦੇ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਗੁਰੂ ਸਾਹਿਬਾਨਾਂ ਦੀ ਬਾਣੀ ਰਚਿਤ ਬਾਣੀ ਦਾ ਜਿਹੜਾ ਸਰਬ ਸਾਂਝੀ ਵਿਰਾਸਤ ਦਾ ਗੁਣ ਗਾਨ ਜਿਹੜਾ ਹੈ ਉਹ ਕੀਤਾ ਹੈ ਕਿ ਸਰਬ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਆ ਉਹ ਦਿੰਦੀ ਹੈਗੀ ਹੈ ਬਾਣੀ। 12ਵਾਂ ਹੈ ਚਪੇੜ। ਸੋ ਚਪੇੜ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਪਿਤਾ ਦੇ ਦੁਆਰਾ ਆਪਣੇ ਬੱਚੇ ਨੂੰ ਜਿਹੜਾ ਹੈ ਨਾ ਚਪੇੜ ਮਾਰਨ ਦਾ ਦ੍ਰਿਸ਼ ਹੈ ਉਹ ਪੇਸ਼ ਕੀਤਾ ਗਿਆ ਹੈ, ਜੋ ਕਿ ਬਲਰਾਜ ਸਾਹਨੀ ਨੂੰ ਹੈ ਨਾ ਅੱਛਾ ਨਹੀਂ ਲੱਗਦਾ। ਇਹ ਦ੍ਰਿਸ਼ ਸੁਸਤੀ ਜਿਹੜੀ ਨਿੰਦਿਆ ਹੈ ਉਹ ਇਸ ਦੇ ਵਿੱਚ ਕੀਤੀ ਗਈ ਹੈ। 13ਵਾਂ ਲੇਖ ਹੈ ਪੀ ਫਾਰਮ। ਸੋ ਇਸ ਦੇ ਵਿੱਚ ਉਹਨਾਂ ਨੇ ਲੇਖਕ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਦੇ ਕਈ ਅਧਿਕਾਰੀ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ ਪੀ ਫਾਰਮ ਦੇ ਨਾਮ 'ਤੇ ਵਿਦੇਸ਼ ਆਉਣ ਜਾਣ ਵਾਲੇ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਹੈਗੇ ਨੇ ਕਿ ਪੀ ਫਾਰਮ ਹੁੰਦਾ ਜਿਹੜਾ। ਠੀਕ ਆ, ਸੋ ਉਸ ਰਾਹੀਂ ਜਿਹੜਾ ਕਰਦੇ ਆ ਭਾਰਤ ਦੇ ਅਧਿਕਾਰੀ ਜਿਹੜੇ ਨੇ ਉਹ ਲੋਕਾਂ ਨੂੰ ਜਿਹੜਾ ਹੈ ਤੰਗ ਕਰਦੇ ਹੈਗੇ ਨੇ। 14ਵਾਂ ਲੇਖ ਹੈ ਹੀਰੋ। ਸੋ ਇਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਫਿਲਮੀ ਹੀਰੋ ਵਾਸਤਵਿਕ ਹੀਰੋ ਦੇ ਦਰਮਿਆਨ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਿਲਮੀ ਦੁਨੀਆ ਦੇ ਨਾਲੋਂ ਜਿਹੜੇ ਵਾਸਤਵਿਕ ਅਸਲੀ ਹੀਰੋ ਹੁੰਦੇ ਨੇ ਉਹ ਮਹੱਤਵਪੂਰਨ ਹੁੰਦੇ ਨੇ ਜਾਂ ਮਹਾਨ ਹੁੰਦੇ ਹੈਗੇ ਨੇ। ਫਿਲਮੀ ਦੁਨੀਆ ਦੇ ਵਿੱਚ ਜਿਹੜਾ ਕਹਿ ਸਕਦੇ ਹਨ ਇਹਨਾਂ ਦਾ ਕੋਈ ਖਾਸ ਰੋਲ ਨਹੀਂ ਹੁੰਦਾ। ਨੈਕਸਟ ਹੈ ਮੇਰੀ ਫਿਲਮੀ ਆਤਮ ਕਥਾ। ਸੋ ਬਲਰਾਜ ਸਾਹਨੀ ਦੀ ਸਵੈ ਜੀਵਨੀ ਹੈ ਮੇਰੀ ਫਿਲਮੀ ਆਤਮ ਕਥਾ। ਸੋ ਇਸ ਦੇ ਵਿੱਚ 19 ਜਿਹੜੇ ਅਧਿਆਏ ਨੇ ਉਹ ਸ਼ਾਮਲ ਨੇ ਅਤੇ ਇਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਸੋ ਬਲਰਾਜ ਸਾਹਨੀ ਨੇ ਇਹ ਭਾਗ 2 ਭਾਗ ਦੇ ਵਿੱਚ 1972 ਦੇ ਵਿੱਚ ਪੂਰੇ ਕੀਤੇ ਸੀਗੇ, ਦੋਨੋਂ ਭਾਗ ਯਾਨੀ ਕਿ 1972 ਦੇ ਵਿੱਚ ਕੰਪਲੀਟ ਕੀਤੇ ਸੀਗੇ। ਪਹਿਲੇ ਭਾਗ ਦੇ ਵਿੱਚ ਇਹਨੇ ਮਈ 1944 ਤੋਂ ਲੈ ਕੇ ਮਈ 1947 ਤੱਕ ਦੇ ਸਮਾਚਾਰ ਜਿਹੜੇ ਆ ਉਹਨਾਂ ਨੂੰ ਅੰਕਿਤ ਕੀਤਾ ਸੀਗਾ, ਔਰ ਇਸ ਭਾਗ ਦੇ ਕੁੱਲ 11 ਅਧਿਆਏ ਹੈਗੇ ਨੇਗੇ। ਠੀਕ ਹੈ, ਔਰ ਪਹਿਲੇ ਭਾਗ ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ ਕਿ ਅੰਗਰੇਜ਼ਾਂ ਨੇ ਜਿਹੜਾ ਹੈ ਨਾ ਕਿਸ ਤਰੀਕੇ ਦੇ ਨਾਲ ਸ਼ਾਸਨ ਜਿਹੜਾ ਉਹ ਸਟੈਬਲਿਸ਼ ਕੀਤਾ ਸੀਗਾ। ਇਸ ਤੋਂ ਬਾਅਦ ਦੂਜਾ ਭਾਗ ਜਿਸ ਦੇ ਵਿੱਚ 8 ਅਧਿਆਏ ਨੇ ਅਤੇ ਇਹ ਭਾਗ ਜੁਲਾਈ 1947 ਤੋਂ ਲੈ ਕੇ 1966 ਤੱਕ ਦੀਆਂ ਘਟਨਾਵਾਂ ਨੂੰ ਬਿਆਨ ਕਰਦਾ ਹੈ। ਜੁਲਾਈ 1947 ਤੋਂ ਲੈ ਕੇ 1966 ਤੱਕ ਦੀਆਂ। ਦੂਜੇ ਭਾਗ ਦੇ ਵਿੱਚ ਆਜ਼ਾਦੀ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਹੈ ਨਾ ਆਜ਼ਾਦੀ ਆਈ, ਕਿਵੇਂ ਲੋਕ ਜਿਹੜੇ ਆਜ਼ਾਦ ਆਏ, ਫਿਰ ਕਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਬਾਰੇ ਹੈ। ਸੋ ਇਸ ਆਤਮ ਕਥਾ ਦੇ ਵਿੱਚ ਲੇਖਕ ਨੇ ਆਪਣੇ ਫਿਲਮੀ ਜੀਵਨ ਦਾ ਵਰਣਨ ਜਿਹੜਾ ਹੈ ਉਹ ਫਲੈਸ਼ਬੈਕ ਵਿਧੀ ਦੇ ਦੁਆਰਾ ਕੀਤਾ ਹੈ, ਯਾਨੀ ਕਿ ਪਿੱਛੇ ਜਾ ਕੇ ਜਿਹੜਾ ਹੈ ਨਾ ਸ਼ੁਰੂਆਤ ਕੀਤੀ ਹੈ ਫਲੈਸ਼ਬੈਕ, ਯਾਨੀ ਕਿ ਪਿੱਛੇ ਜਾ ਕੇ ਆਪਣੀ ਸਟੋਰੀ ਦੱਸਣਾ, ਆਪਣੇ ਜੀਵਨ ਬਾਰੇ ਦੱਸਣਾ, ਉਸ ਦਾ ਵਰਣਨ ਇਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਸਿਨੇਮਾ ਅਤੇ ਸਟੇਜ, ਜੋ ਕਿ ਲਾਸਟ ਇਹਨਾਂ ਦੀ ਰਚਨਾ ਰਹੀ ਸੀਗੀ। ਇਹ ਬਲਰਾਜ ਸਾਹਨੀ ਦੀ ਇੱਕ ਸਿਧਾਂਤਕ ਪੁਸਤਕ ਸੀ ਜਿਹਦੇ ਵਿੱਚ ਸਿਧਾਂਤ ਪੇਸ਼ ਕੀਤੇ ਗਏ ਸੀਗੇ। ਇਸ ਪੁਸਤਕ ਦੇ ਵਿੱਚ ਉਸਨੇ ਸਿਨੇਮਾ ਅਤੇ ਸਟੇਜ ਦੇ ਤਕਨੀਕੀ ਪੱਖਾਂ ਬਾਰੇ ਜਿਹੜੀ ਗੰਭੀਰ ਵਿਚਾਰ ਚਰਚਾ ਕੀਤੀ ਸੀਗੀ ਕਿ ਕਿਵੇਂ ਹੈ ਨਾ ਜਿਹੜਾ ਸਟੇਜ ਦੇ ਜਿਹੜੇ ਮੁਕਾਬਲੇ ਹੁੰਦੇ ਹੈਗੇ ਨੇ ਕਿਵੇਂ ਉਸ ਦੇ ਵਿੱਚ ਕਾਮਯਾਬ ਹੁੰਦਾ ਹੈ। ਸੋ ਇਸ ਦੇ ਮਹੱਤਵਪੂਰਨ ਲੇਖ ਨੇਗੇ ਸਿਨੇਮਾ ਅਤੇ ਸਟੇਜ ਪਹਿਲਾ, ਦੂਸਰਾ ਹੈ ਕਲਾਕਾਰ ਜੰਮਦਾ ਹੈ ਜਾਂ ਬਣਦਾ ਹੈ, ਤੀਸਰਾ ਹੈ ਐਕਟਿੰਗ ਦੀ ਕਲਾ, ਚੌਥਾ ਹੈ ਇਹ ਹੈ ਫਿਲਮੀ ਦੁਨੀਆ, ਪੰਜਵਾਂ ਹੈ ਕਲਾਕਾਰ ਯੂਨੀਅਨ ਅਤੇ ਛੇਵੀਂ ਹੈ ਸਟੂਡੀਓ ਵਿੱਚ ਸੁਰੱਖਿਆ ਫੰਡ ਜਲੂਸ ਅਤੇ ਸੱਤਵੀਂ ਹੈ ਬਿਮਲ ਰਾਏ ਇੱਕ ਸ਼ਰਧਾਂਜਲੀ ਅਤੇ ਅੱਠਵਾਂ ਹੈ ਪ੍ਰਿਥਵੀ ਰਾਜ ਅਤੇ ਨਾਟਕ ਕਲਾ ਅਤੇ ਨੌਵੀਂ ਹੈ 8 ਹੈ। ਸੋ 8 ਰਚਨਾਵਾਂ ਨੇ ਕੀਆਂ ਜਿਹੜੇ ਕਿ ਸਿਨੇਮਾ ਅਤੇ ਸਟੇਜ ਦੇ ਵਿੱਚ ਆਉਂਦੀਆਂ ਨੇ। ਸੋ ਇਹ ਸਾਰੀਆਂ ਰਚਨਾਵਾਂ ਅਤੇ ਫਿਲਮਾਂ ਜਿਹੜੀਆਂ ਇਸ ਦੇ ਵਿੱਚ ਜ਼ਿਕਰ ਕੀਤੀਆਂ ਨੇ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਸੈਸ਼ਨ ਜਿਹੜਾ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।